ਜੀਜੂ ਕੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਭੁਜ ਬਲਬੀਰ ਬ੍ਰਹਮ ਸੁਖ ਸਾਗਰ। ਗਰਤ ਪਰਤ ਕਹਿਲੇ ਹੋ ਅੰਗੁਰੀਆ। ਗਰਤ ਪਰਤ ਕਹਿਲੇ ਹੋ ਅੰਗੁਰੀਆ। ਸ਼ਰਵਨ ਨ ਸੁਰਤ ਨੈਣ ਸੁੰਦਰ ਨਹੀਂ। ਸ਼ਰਵਨ ਨ ਸੁਰਤ ਨੈਣ ਸੁੰਦਰ ਨਹੀਂ। ਆਰਤ ਦਵਾਰ ਰਟਤ ਪਿੰਗੁਰੀਆ। ਆਰਤ ਦਵਾਰ ਰਟਤ ਪਿੰਗੁਰੀਆ। ਦੀਨਾਨਾਥ ਅਨਾਥ ਕਰਣਾ ਮੈਂ। ਦੀਨਾਨਾਥ ਅਨਾਥ ਕਰਣਾ ਮੈਂ। ਸਾਜਨ ਮੀਤ ਪਿਤਾ ਮਹਿਤਰੀਆ। ਸਾਜਨ ਮੀਤ ਪਿਤਾ ਮਹਿਤਰੀਆ। ਚਰਨ ਕਵਲ ਹਿਰਦੈ ਗਹਿ ਨਾਨਕ। ਭੈ ਸਾਗਰ ਸੰਤ ਪਾਰ ਉਤਰੀਆ। ਨਾਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਧਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ। ਜਿਨ ਤੂੰ ਨਾਹੀ ਵੀਸਰਿਆ। ਜਿਨ ਤੂੰ ਨਾਹੀ ਵੀਸਰਿਆ। ਰਾਜਾਨ ਰਾਜ ਆਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਚੌਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਗੋਦੀ ਦਾ ਆਨੰਦ ਪ੍ਰਾਪਤ ਕਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ ਸਾਨੂੰ ਆਪਣੇ ਚਰਨਾਂ 'ਚ ਬੈਠਣ ਦੀਆਂ ਇਹ ਅਮੋਲਕ ਘੜੀਆਂ ਬਖਸ਼ੀਆਂ ਨੇ। ਆਪ ਜੀ ਨੇ ਗੁਰੂ ਕੇ ਸਵਾਰੇ ਗਿਆਨੀ ਸਿੰਘ ਜੀ ਪਾਸੋਂ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਘਰ ਦੀ ਸਿਫਤ, ਗੁਰਬਾਣੀ ਦੀ ਮਹੱਤਤਾ, ਸ਼ਬਦ ਗੁਰੂ ਬਾਰੇ ਵਿਚਾਰ, ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਫਲਸਫੇ ਬਾਰੇ ਸੁੰਦਰ ਵਿਚਾਰ ਸਰਵਣ ਕੀਤੇ ਨੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੇ ਪਾਵਨ ਸਰੂਪਾਂ ਦੀ ਜੋ ਬੇਅਦਬੀ ਦਾ ਇੱਕ ਦੌਰ ਹੀ ਚੱਲਿਆ ਹੈ ਪਿਛਲੇ ਮਹੀਨੇ ਦੇ ਵਿੱਚ, ਉਹਦੇ ਬਾਰੇ ਜਦੋਂ ਆਹ ਹਫ਼ਤੇ 'ਚ ਪਤਾ ਲੱਗਾ ਕਿ ਮਲਕੇ ਪਿੰਡ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਸਰੂਪਾਂ ਦੀ ਬੇਅਦਬੀ ਹੋਈ, ਮੈਂ ਉਸੇ ਦਿਨ ਵੀ ਬੇਨਤੀ ਕੀਤੀ ਸੀ ਸਟੇਜ ਤੋਂ ਸ਼ਾਮ ਦੀ ਕਥਾ ਦੇ ਵਿੱਚ। ਪਰ ਅੱਜ ਮੈਂ ਕਥਾ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਆ ਪਿਆਰਿਓ। ਮੈਂ ਦੋ ਬੇਨਤੀਆਂ ਕਰਾਂਗਾ। ਪਹਿਲੀ ਗੱਲ, ਫਤਿਹ ਬੁਲਾਉਣ ਤੋਂ ਪਹਿਲਾਂ ਹੀ ਮੈਂ ਇਹ ਬੇਨਤੀਆਂ ਕਰਨੀਆਂ ਨੇ। ਭਾਈ ਸਾਹਿਬ ਜੀ ਨੇ 18ਵੀਂ ਸਦੀ ਦੇ ਸਿੱਖਾਂ ਦੇ ਅਕੀਦੇ ਬਾਰੇ ਗੱਲ ਕੀਤੀ। 18ਵੀਂ ਸਦੀ ਦੇ ਸਿੱਖਾਂ ਬਾਰੇ
ਆਪ ਜੀ ਨਾਲ ਵਿਚਾਰਾਂ ਕੀਤੀਆਂ। 1762 ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਮਲਬੇ ਵਿੱਚ ਬੈਠ ਕੇ ਨਾ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਮਲਬੇ ਵਿੱਚ ਬੈਠ ਕੇ ਸਿੱਖਾਂ ਨੇ ਇਹ ਗੱਲ ਆਖੀ ਸੀ। ਇਸ ਇੱਕ ਸਿੱਖ ਕਹਿੰਦਾ ਕਿ ਨਹੀਂ, ਹਜੇ ਬਣਵਾਈਏ ਨਾ ਦਰਬਾਰ ਸਾਹਿਬ ਨੂੰ, ਅਜੇ ਅਟਕ ਜਾਈਏ, ਕਿਉਂਕਿ ਕੋਈ ਪਤਾ ਨਹੀਂ ਅਬਦਾਲੀ ਫੇਰ ਆ ਜਾਏਗਾ। ਇੱਕ ਸਿੱਖ ਕਹਿੰਦਾ ਨਹੀਂ, ਆਪਾਂ ਪਹਿਲਾਂ ਅਬਦਾਲੀ ਦੇ ਨਾਲ 2 ਹੱਥ ਫੇਰ ਕਰੀਏ। ਇੱਕ ਸਿੱਖ ਕਹਿੰਦਾ ਨਹੀਂ, ਸਾਡਾ ਨੁਕਸਾਨ ਬਹੁਤ ਹੋ ਗਿਆ ਹੈ ਘੱਲੂਘਾਰੇ ਦੇ ਵਿੱਚ। ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਕਹਿੰਦੇ ਕਿ 40,000 ਸਿੰਘ ਇੱਕ ਦਿਨ ਵਿੱਚ ਸ਼ਹੀਦ ਹੋਇਆ। ਵੱਡੇ ਘੱਲੂਘਾਰੇ ਦੀ ਗੱਲ ਕੀਤੀ ਗਿਆਨੀ ਜੀ ਨੇ, ਪੌਣੀ ਕੌਮ ਜਿਹੜੀ ਆ ਇੱਕ ਦਿਨ ਵਿੱਚ ਸ਼ਹੀਦ ਹੋ ਜਾਣੀ, ਬਹੁਤ ਵੱਡੀ ਗੱਲ ਹੈ ਜੀ। ਪਰ ਗੁਰੂ ਕੇ ਪਿਆਰਿਓ, ਪੌਣੀ ਕੌਮ ਸ਼ਹੀਦ ਹੋ ਗਈ, ਪਰ ਸਿੰਘਾਂ ਦੇ ਅੰਦਰ ਜਜ਼ਬਾਤ, ਸਿੰਘਾਂ ਦੇ ਅੰਦਰ ਅਕੀਦਾ। ਇੱਕ ਸਿੱਖ ਨੇ ਆਖਿਆ, ਉਹ ਖਾਲਸੇ ਰਾਜ ਦੀਆਂ ਗੱਲਾਂ ਕਰਨ ਵਾਲਿਓ, ਜੇ ਦਰਬਾਰ ਹੀ ਖਾਲਸੇ ਕੋਲ ਨਾ ਰਿਹਾ, ਫਿਰ ਕਿਹੜੇ ਰਾਜ ਦੀ ਤੁਸੀਂ ਗੱਲਾਂ ਕਰਦੇ ਹੋ? ਪਹਿਲਾਂ ਦਰਬਾਰ ਸਾਹਿਬ ਤਿਆਰ ਹੋਵੇ। ਖੈਰ ਪਿਆਰਿਓ, ਮੈਂ ਫਿਰ ਉੱਥੇ ਗੱਲ ਲਿਆਵਾਂ 18ਵੀਂ ਸਦੀ ਦੇ ਸਿੱਖਾਂ ਦੇ ਅਕੀਦੇ ਬਾਰੇ। 18ਵੀਂ ਸਦੀ ਵਿੱਚ ਸਿੱਖਾਂ ਵੱਲੋਂ ਇੱਕ ਲਿਖਿਆ ਗਿਆ ਗ੍ਰੰਥ ਹੈ ਜੀ, ਉਹਦਾ ਨਾਂ ਹੈ ਪ੍ਰੇਮ ਸਮਾਰਕ। ਮੈਂ ਉਹਦੇ ਬਾਰੇ ਪਹਿਲਾਂ ਵੀ ਕਹਿ ਚੁੱਕਾ ਹਾਂ ਇਸ ਸਥਾਨ ਤੇ, ਪਰ ਮੈਂ ਅੱਜ ਉਹ ਗੱਲ ਰਿਪੀਟ ਕਰਨੀ ਆ, ਕਿਉਂਕਿ ਪਿਆਰਿਓ, ਅਸੀਂ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਯਾਦ ਵਿੱਚ ਬੈਠੇ ਹਾਂ, ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹ ਗੱਲ ਆਖੀ ਸੀ, ਸਭੇ ਸਾਂਝੀ ਵਾਲ ਸਦਾਇਨ ਤੂੰ ਕੋਏ ਨਾ ਦਿਸੈ ਬਾਹਰਾ ਜੀਓ। ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅੱਲਾਹ ਹੈ। ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਅੰਦਰ ਕਬੀਰ ਸਾਹਿਬ ਜੀ ਵਰਗਿਆਂ ਨੂੰ ਥਾਂ ਮਿਲ ਗਿਆ, ਜਿਹੜੇ ਕਹਿੰਦੇ ਸੀ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਮੈਂ ਬੇਨਤੀ ਕਰਾਂ ਪਿਆਰਿਓ, ਅੱਜ ਗੁਰੂ ਗ੍ਰੰਥ ਉੱਤੇ ਵੀ ਬਾਹਰਲੀ ਤੌਰ ਤੇ ਹਮਲਾ, ਤੇ ਪਿਆਰਿਓ ਉਹਨਾਂ ਸਿੰਘਾਂ ਦੇ ਨਾਮ ਨੂੰ ਵੀ ਆਪਣੇ ਜ਼ਿਹਨ ਤੇ ਲਿਖ ਲਈਏ। ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ, ਸ਼ਹੀਦ ਭਾਈ ਗੁਰਜੀਤ ਸਿੰਘ, ਤੇ ਗੁਰੂ ਕੇ ਪਿਆਰਿਓ ਇੱਕ ਬਜ਼ੁਰਗ ਨਿਹੰਗ ਸਿੰਘ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਨੂੰ ਨਾ ਸਹਾਰਦਾ ਹੋਇਆ ਭੁੱਖ ਹੜਤਾਲ ਤੇ ਹਰੀ ਕੇ ਪੱਤਣ ਤੇ ਬੈਠੇ ਸੀ। ਤੇ ਮੈਂ ਬੇਨਤੀ ਕਰਾਂ, ਉਹਨਾਂ ਦਾ ਨਾਮ ਕਈ ਵਾਰੀ ਅਜੋਕੇ ਸਮੇਂ ਦੇ ਵਿੱਚ ਕੁਝ ਦਿਨਾਂ ਵਿੱਚ ਸਿੰਘ ਲੈਂਦੇ ਨਹੀਂ, ਪਰ ਉਹ ਗੁਰਮੁਖ ਪਿਆਰੇ ਸਨ ਬਾਬਾ ਪੂਰਨ ਸਿੰਘ। ਇਹ 3 ਸ਼ਹੀਦ ਜੀ ਹੋਏ ਨੇ। ਇੱਕ ਭਾਈ ਕ੍ਰਿਸ਼ਨ ਭਗਵਾਨ ਸਿੰਘ ਕੋਟਕਪੂਰੇ ਦੇ ਵਿੱਚ, ਇਹਨਾਂ ਦੇ ਨਾਲ ਭਾਈ ਗੁਰਜੀਤ ਸਿੰਘ, ਤੇ ਹਰੀ ਕੇ ਪੱਤਣ ਤੇ ਬਾਬਾ ਪੂਰਨ ਸਿੰਘ। ਗੁਰੂ ਕੇ ਪਿਆਰਿਓ, ਮੈਂ ਬੇਨਤੀ ਕਰਾਂ, 18ਵੀਂ ਸਦੀ ਦੇ ਸਿੱਖਾਂ ਦੇ ਕੋਲ ਕਿਹੜਾ ਅਕੀਦਾ ਸੀ, ਕਿਹੜੀ ਆਸ ਸੀ ਅੰਦਰ। ਉਸ ਪ੍ਰੇਮ ਸਮਾਰਕ ਦੇ ਵਿੱਚ ਉਸ ਗ੍ਰੰਥ ਦਾ ਕਰਤਾ ਲਿਖਦਾ ਜੀ, ਉਹ ਕਹਿੰਦਾ, ਜੋ ਸਿੱਖ ਖਾਲਸੇ ਕੇ ਹੋਣਗੇ। ਖਾਲਸੇ ਦੇ ਅਰਥ ਇੱਥੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜੇ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਤੇ ਗੁਰੂ ਕੇ ਪਿਆਰਿਓ, ਜਦੋਂ ਅਸੀਂ ਪੜ੍ਹਦੇ ਹਾਂ ਨਾ ਸ੍ਰੀ ਸਰਬਲੋ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਆਪਣੇ ਆਪ ਨੂੰ ਵੀ ਉਹ ਖਾਲਸਾ ਲਿਖਦੇ ਨੇ। ਤੇ ਪਿਆਰਿਓ, ਨਾਲ ਆਪਣੇ ਸਿੱਖਾਂ ਨੂੰ ਕਹਿੰਦੇ ਨੇ, ਮੇਰੇ ਮਨ ਵਿੱਚ ਵਿਚਾਰਾਂ ਬੜੀਆਂ ਆ ਰਹੀਆਂ ਨੇ, ਮੈਂ ਸੰਕੋਚ ਕੇ ਤੁਹਾਨੂੰ ਪ੍ਰੇਮ ਸਮਾਰਕ ਗ੍ਰੰਥ ਬਾਰੇ ਪਹਿਲਾਂ ਬੇਨਤੀ ਕਰਕੇ ਤੇ ਆਪਾਂ ਫਤਿਹ ਗਜਾਵਾਂਗੇ। ਉਸ ਪ੍ਰੇਮ ਸਮਾਰਕ ਗ੍ਰੰਥ ਵਿੱਚ ਲਿਖਿਆ, ਜੋ ਸਿੱਖ ਖਾਲਸੇ ਕੇ ਹੋਣਗੇ। ਉੱਥੇ ਇਹ ਨਹੀਂ ਲਿਖਿਆ ਕਿ ਜਿਹੜੇ ਸਿੱਖ ਫਲਾਣੇ ਦਲ ਦੇ ਹੋਣਗੇ, ਫਲਾਣੇ ਜਥੇਬੰਦੀ ਦੇ ਹੋਣਗੇ, ਫਲਾਣੇ ਸੰਪਰਦਾ ਦੇ ਹੋਣਗੇ। ਜਿਹੜਾ ਵੀ ਆਪਣੇ ਆਪ ਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਸਮਝਦਾ ਆ, ਉਹ ਗ੍ਰੰਥ ਕਰਤਾ ਨੇ ਲਿਖਿਆ, ਮੇਰੀ ਗੱਲ ਧਿਆਨ ਨਾਲ ਸੁਣਿਓ। ਤੇ ਮੈਂ ਅੱਜ ਬੇਨਤੀ ਕਰਦਾ ਪਿਆਰਿਓ, ਅੱਜ ਦੀ ਘੜੀ ਦੇ ਵਿੱਚ ਉਹਦੇ ਜਿਹੜੇ ਬਚਨ ਆ ਨਾ, ਸੱਚੀ ਗੱਲ ਇੱਕ ਇੱਕ ਸਿੱਖ ਨੂੰ ਆਪਣੇ ਹਿਰਦੇ ਉੱਤੇ ਲਿਖ ਲੈਣੇ ਚਾਹੀਦੇ। ਮੈਂ ਬੇਨਤੀ ਕਰਾਂ, ਉਹ ਕਹਿੰਦਾ, ਜੇ ਕੋ ਸਿੱਖ ਖਾਲਸੇ ਕੇ ਹੋਣਗੇ, ਸੋ ਆਪਸ ਵਿੱਚ ਪਿਆਰ ਕਰਨਾ। ਉਹਨੇ ਪਹਿਲੀ ਗੱਲ ਲਿਖੀ, ਉਹ ਜੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਸਮਝਦੇ ਹੋ, ਜੇ ਕਲਗੀਧਰ ਦੇ ਸਿੱਖ ਸਮਝਦੇ ਹੋ, ਇੱਕ ਦੂਜੇ ਤੇ ਸ਼ੱਕ ਨਾ ਕਰੋ, ਇੱਕ ਦੂਜੇ ਨੂੰ ਪ੍ਰੇਮ ਦੀ ਗਲਵੱਕੜੀ ਚਲਾਓ। ਜਦੋਂ ਕਲਗੀਧਰ ਪਾਤਸ਼ਾਹ ਜੀ ਸਰੀਰਕ ਤੌਰ ਤੇ ਚੋਲਾ ਤਿਆਗਣ ਲੱਗੇ ਨਾ, ਤੇ ਇਹ ਬੰਦੀ ਛੋੜ ਦਿਵਸ ਦੀਵਾਲੀ ਤੋਂ ਬਾਅਦ ਹੀ
ਜਿਹੜੀ ਪ੍ਰਕਿਰਿਆ ਮਹਾਰਾਜ ਜੀ ਦੇ ਜੋਤੀ ਜੋਤ ਦੀ ਉਹ ਸ਼ੁਰੂ ਹੋ ਜਾਂਦੀ ਆ। ਗੁਰੂ ਕੇ ਪਿਆਰਿਓ, ਉਸ ਸਮੇਂ ਸੱਚੇ ਪਾਤਸ਼ਾਹ ਨੇ ਆਪਣੇ 52 ਹੁਕਮਾਂ ਵਿੱਚ ਵੀ ਇਹ ਗੱਲ ਲਿਖੀ ਸੀ ਕਿ ਸਿੰਘੋ, ਮੈਂ ਕਈ ਵਾਰੀ ਸੋਚਦਾ ਕਿਹੋ ਜਿਹੇ ਦਿਨ ਹੋਣਗੇ। ਭਾਈ ਦਇਆ ਸਿੰਘ ਬੈਠੇ ਹੋਣਗੇ, ਜਿਸ ਦਇਆ ਸਿੰਘ ਨੇ ਦਾਤਾ ਜੀ ਦੇ ਹੱਥ ਦੇ ਵਿੱਚ ਨੰਗੀ ਸ਼ਮਸ਼ੀਰ ਕਦੇ ਤੱਕੀ ਸੀ, ਜਿਸ ਭਾਈ ਦਇਆ ਸਿੰਘ ਨੇ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਨੂੰ ਖੇਡਦਿਆਂ ਦੇਖਿਆ ਸੀ, ਜਿਸ ਬਾਬਾ ਦਇਆ ਸਿੰਘ ਨੇ ਚਮਕੌਰ ਦੀ ਗੜੀ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਨੂੰ ਤਾੜੀ ਮਾਰ ਕੇ ਜਾਂਦਿਆਂ ਵੇਖਿਆ ਹੋਵੇਗਾ, ਆਪਣੇ ਵੱਡੇ ਸਾਹਿਬਜ਼ਾਦੇ ਦੇ ਤਿੰਨਾਂ ਦੇ ਸਰੀਰ ਦੇ ਕੋਲੋਂ ਲੰਘਦਾ ਵੇਖਿਆ। ਪਿਆਰਿਓ, ਅੱਜ ਭਾਈ ਦਇਆ ਸਿੰਘ ਦੇਖ ਰਿਹਾ ਕਿ ਮਹਾਰਾਜ ਸਰੀਰ ਕਰਕੇ ਵਿਛੋੜਾ ਦੇ ਰਹੇ, ਭਾਵਕ ਹੋਣ ਵਾਸਤੇ ਨਹੀਂ, ਪਰ ਪਿਆਰਿਓ ਭਾਵਨਾ ਬਣਾਉਣ ਵਾਸਤੇ, ਕਿਉਂਕਿ ਭਾਵਨਾ ਤੋਂ ਬਿਨਾਂ ਸਿੱਖੀ ਹੈ ਨਹੀਂ। ਭਾਵ ਬਿਨ ਭਗਤ ਨਾ ਹੋਏ ਤੇਰੀ। ਉਸ ਸਮੇਂ ਕਲਗੀਆਂ ਵਾਲੇ ਨੇ ਆਖਿਆ, ਦਇਆ ਸਿਆਂ ਇੱਕ ਗੱਲ ਮੇਰੀ ਯਾਦ ਰੱਖਿਓ, ਗੁਰਸਿੱਖ ਉੱਤੇ ਇਤਬਾਰ ਕਰੇ। ਪਰ ਪਿਆਰਿਓ, ਅਫਸੋਸ ਦੀ ਗੱਲ, ਅੱਜ ਇੱਕ ਦੂਜੇ ਵੱਲ ਵੇਖਦੇ ਹਾਂ ਤੇ ਭਰਾ ਨਹੀਂ ਨਜ਼ਰ ਆਉਂਦੇ, ਅੱਜ ਇੱਕ ਦੂਜੇ ਵੱਲ ਵੇਖਦੇ ਹਾਂ ਤੇ ਸ਼ਰੀਕਾਬਾਜ਼ੀ ਹੀ ਨਜ਼ਰ ਆਉਂਦੀ ਹੈ। ਗੁਰੂ ਘਰ ਵਿੱਚ ਬੈਠਿਆਂ ਹੋਇਆ ਨਾ, ਜਿਨ੍ਹਾਂ ਨੇ ਇੱਕੋ ਹੀ ਬਾਟੇ ਨਾਲ ਮੁੱਖ ਲਾ ਕੇ ਅੰਮ੍ਰਿਤ ਪਾਨ ਕੀਤਾ ਆ, ਅਫਸੋਸ ਦੀ ਗੱਲ, ਅੱਜ ਕੱਲ੍ਹ ਦਾ ਸਿੱਖ ਉਸ ਭਰਾ ਵੱਲ ਹੀ ਦੇਖਦਾ ਆ ਤੇ ਉਹਨੂੰ ਭਰਾ ਨਹੀਂ ਨਜ਼ਰ ਆਉਂਦਾ, ਉਹਨੂੰ ਵੈਰੀ ਨਜ਼ਰ ਆਉਂਦਾ ਹੈ। ਪਰ ਪਿਆਰਿਓ, ਪਹਿਲੀ ਗੱਲ, ਪ੍ਰੇਮ ਸਮਾਰਗ ਗ੍ਰੰਥ ਦੇ ਕਰਤਾ ਲਿਖਦੇ ਨੇ, ਕਹਿੰਦੇ ਜੋ ਸਿੱਖ ਖਾਲਸੇ ਕੇ ਹੋਣਗੇ, ਜੇ ਕਲਗੀਆਂ ਵਾਲੇ ਦੇ ਬੇਟੇ ਹੋ, ਆਪਸ ਵਿੱਚ ਪਿਆਰ ਕਰਨਾ। ਪਹਿਲੀ ਗੱਲ, ਆਪਸ ਵਿੱਚ ਪ੍ਰੇਮ ਦੀ ਭਾਵਨਾ ਰੱਖਣੀ, ਆਪਸ ਵਿੱਚ ਪਿਆਰ ਰੱਖਣਾ। ਤੁਹਾਡੀਆਂ ਆਪਣੀਆਂ ਲੱਖ ਦੁਫੇੜਾ ਹੋਣਗੀਆਂ, ਵਿਚਾਰਧਾਰਾ ਦੀ ਜਿਹੜੀ ਆ ਇੱਕ ਜਾਂ ਦੋ ਵਿੱਚ ਫਰਕ ਪੈ ਸਕਦਾ ਹੈ ਗੁਰੂ ਕੇ ਪਿਆਰਿਓ, ਪਰ ਬੇਟੇ ਤੇ ਅਸੀਂ ਕਲਗੀਧਰ ਦੇ ਹੀ ਖਵਾਉਂਦੇ ਹਾਂ ਨਾ ਸਾਰੇ। ਅੰਮ੍ਰਿਤਪਾਨ ਕਰਵਾਇਆ ਜਾਂਦਾ, ਭਾਵੇਂ ਕੋਈ ਵੀ ਜਥੇਬੰਦੀ ਆ, ਕੋਈ ਵੀ ਟਕਸਾਲ ਆ, ਕੋਈ ਵੀ ਸੰਪਰਦਾਇ ਆ, ਪਰ ਪਿਆਰਿਓ, ਜਦੋਂ ਅੰਮ੍ਰਿਤ ਦੀਆਂ ਬੂੰਦਾਂ ਮੁੱਖ 'ਚ ਬਹਿੰਦੇ ਸਾਰੇ ਇਹੀ ਕਹਿੰਦੇ ਆ, ਅੱਜ ਤੋਂ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਧਰਮ ਦੀ ਮਾਤਾ ਸਾਹਿਬ ਕੌਰ ਤੇ ਵਾਸੀ ਆਨੰਦਪੁਰ ਦੇ। ਮੈਂ ਬੇਨਤੀ ਕਰਾਂ ਪਿਆਰਿਓ, ਉਹ ਕਹਿੰਦੇ ਨੇ, ਜੇ ਕੋ ਸਿੱਖ ਖਾਲਸੇ ਕੇ ਹੋਣਗੇ, ਸੋ ਆਪਸ ਮੈਂ ਪਿਆਰ ਕਰਨਾ ਔਰ ਨੇਕ ਬਦ ਮੈਂ ਇਕੱਠੇ ਹੋਏ ਜਾਣ। ਨੇਕ ਬਦ, ਨੇਕ ਦੇ ਅਰਥ ਨੇ ਖੁਸ਼ੀ ਦੇ ਸਮੇਂ, ਬਦ ਦੇ ਅਰਥ ਨੇ ਦੁੱਖ ਦੇ ਸਮੇਂ। ਉਹ ਕਹਿੰਦਾ, ਸਿੰਘੋ, ਹੋਰ ਕਿਸੇ ਵੀ ਸਮੇਂ ਤੇ ਤੁਸੀਂ ਭਾਵੇਂ ਨਾ ਇਕੱਠੇ ਹੋ, ਪਰ ਸੱਚੀ ਗੱਲ, ਜਦੋਂ ਵਿਪਦਾ ਦੀ ਘੜੀ ਆਵੇ ਨਾ, ਸਾਰੇ ਆਪਣੇ ਅੰਦਰ ਦੀਆਂ ਰੰਜਿਸ਼ਾਂ ਛੱਡ ਕੇ ਇਕੱਠੇ ਹੋ ਜਾਓ। ਤੇ ਮੈਂ ਅੱਜ ਬੇਨਤੀ ਕਰਨੀ, ਸੰਗਤ ਜੀ, ਸਾਡੇ ਗੁਰੂ ਪਾਤਸ਼ਾਹ ਜੀ ਦੇ ਅੰਗਾਂ ਨੂੰ ਪੰਜਾਬ ਦੀਆਂ ਗਲੀਆਂ ਤੇ ਸੜਕਾਂ 'ਚ ਖਿਲਾਰਿਆ ਗਿਆ ਹੈ। ਮੇਰੀ 28 ਸਾਲ ਦੀ ਉਮਰ ਦੇ ਵਿੱਚ ਮੈਨੂੰ ਇਸ ਤੋਂ ਵੱਧ ਕੋਈ ਦੁੱਖ ਦੀ ਘੜੀ ਜਿਹੜੀ ਨਜ਼ਰ ਨਹੀਂ ਆਈ, ਕਿਉਂਕਿ ਮੇਰਾ ਜਨਮ 84 ਤੋਂ ਬਾਅਦ ਦਾ ਆ ਤੇ ਉਹ ਇੱਕ ਬੜਾ ਦੁਖਾਂਤ ਸੀ। ਪਰ ਮੈਂ ਬੇਨਤੀ ਕਰਾਂ, 84 ਬਾਰੇ ਸੁਣਿਆ ਸੀ ਬਜ਼ੁਰਗਾਂ ਤੋਂ, ਪਰ ਇਹ ਚੀਜ਼ ਨੂੰ ਅਸੀਂ ਸਾਰੇ ਦੇਖ ਰਹੇ ਹਾਂ ਆਪਣੀਆਂ ਅੱਖਾਂ ਨਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿੰਨਾਂ ਦੀ ਬੇਅਦਬੀ ਹੋਣੀ ਪੰਜਾਬ ਦੀ ਧਰਤੀ ਤੇ, ਜਿਸ ਧਰਤੀ ਨੂੰ ਬਾਬਾ ਅਜੀਤ ਸਿੰਘ ਨੇ ਆਪਣੇ ਖੂਨ ਨਾਲ ਸਿੰਜਿਆ ਹੋਵੇ, ਜਿਸ ਧਰਤੀ ਨੂੰ ਬਾਬਾ ਫਤਿਹ ਸਿੰਘ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਹੋਵੇ, ਜਿਸ ਧਰਤੀ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਦੇ ਬਾਣੀ ਦਾ ਬੋਹਿਤ ਤਿਆਰ ਕੀਤਾ ਸੀ। ਪਿਆਰਿਓ, ਅੱਜ ਵਰਗੀ ਕੋਈ ਦੁੱਖ ਦੀ ਘੜੀ ਨਹੀਂ। ਮੈਂ ਬੇਨਤੀ ਕਰਾਂ, ਜੇ ਬਜ਼ੁਰਗ ਕੋਈ ਚੜ੍ਹਾਈ ਕਰ ਜੇ ਨਾ ਘਰ ਦੇ ਵਿੱਚ, ਤੇ ਪੁੱਤ ਭਾਵੇਂ ਲੱਖ ਆਪਸ ਵਿੱਚ ਲੜਦੇ ਹੋਣ, ਪਰ ਬਾਪੂ ਜਦੋਂ ਚੜ੍ਹਾਈ ਕਰੇ, ਦੋ ਜਾਣੇ ਬੈਠ ਜਾਂਦੇ ਆ, ਕਹਿੰਦੇ ਸਾਡੀਆਂ ਵੈਰ ਭਾਵਨਾ ਸ਼ਰੀਕੇਬਾਜ਼ੀ ਖਤਮ ਆ, ਕਿਉਂਕਿ ਸਾਡੇ ਉੱਤੇ ਇਹੋ ਜਿਹੀ ਦੁੱਖ ਦੀ ਘੜੀ ਆਈ ਆ ਜਿਹਦੇ ਬਾਰੇ ਅਸੀਂ ਬੋਲ ਨਹੀਂ ਸਕਦੇ। ਪਰ ਪੰਥ ਦੇ ਵਿੱਚ ਤੁਸੀਂ ਦੇਖ ਰਹੇ ਹੋ, ਬਾਪੂ ਦੀ ਪੱਗ ਤੇ ਹੱਥ ਪਿਆ ਆ, ਪਰ ਗੁਰੂ ਕੇ ਸਿੱਖਾਂ ਦੇ ਵਿੱਚ ਉਹ ਭਾਵਨਾ ਨਹੀਂ ਉੱਠੀ। ਜੇ ਕੋ ਸਿੱਖ ਖਾਲਸੇ ਕੇ ਹੋਣਗੇ, ਥੋੜ੍ਹੀ ਜਿਹੀ ਇਕਾਗਰਤਾ ਰੱਖੀਏ, ਗੱਲਾਂ ਤੋਂ ਸੰਕੋਚ ਕਰੀਏ, ਕਿਉਂਕਿ ਪਿਆਰਿਓ, ਜੇ ਅਸੀਂ ਕਿਸੇ ਸਧਾਰਨ ਬੰਦੇ ਦੇ ਭੋਗ ਤੇ ਜਾਈਏ ਗੁਰੂ ਕੇ ਪਿਆਰਿਓ, ਤੇ ਇੱਕਦਮ ਅੰਦਰੋਂ ਹਿੱਲਿਆ ਹੁੰਦਾ ਹੈ ਬੰਦਾ, ਦੁਨਿਆਵੀ ਗੱਲਾਂ ਨਹੀਂ ਕਰਦਾ। ਅਖੰਡ ਪਾਠ ਸਾਹਿਬ, ਮੈਂ ਵੈਸੇ ਅੱਜ ਮੇਰੀ ਤਿਆਰੀ ਸੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ, ਮੈਨੂੰ ਨਹੀਂ ਸੀ ਪਤਾ ਕਿ ਇਹੀ ਪ੍ਰਕਰਨ ਰੱਖਣਾ, ਪਰ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲ ਕਰਨੀ ਆ, ਫਿਰ ਆਪਾਂ ਥੋੜ੍ਹਾ ਆਪਣਾ ਧਿਆਨ ਨੂੰ ਟਿਕਾ ਕੇ ਤੇ ਇਕਾਗਰ ਹੋ ਕੇ, ਫੋਕਸ ਹੋ ਕੇ ਸੁਣੀਏ। ਗੁਰੂ ਕੇ ਪਿਆਰਿਓ, ਸੱਚੇ ਪਾਤਸ਼ਾਹ ਜੀ ਮਹਾਰਾਜ
ਤਿਨਾਂ ਦੇ ਗੁਰਸਿੱਖ ਪ੍ਰੇਮ ਸਮਾਰਕ 'ਚ ਲਿਖਦੇ ਨੇ, ਕਹਿੰਦੇ ਨੇਕ ਬਦ ਮੋਹ ਇਕੱਠੇ ਹੋਏ ਜਾਣ ਔਰ ਜਬ ਕਿਸੇ ਸਿੱਖ ਪੈ ਆਏ ਬਣੇ। ਇਹਦੇ ਅਰਥ ਨੇ ਜਦੋਂ ਕਿਸੇ ਸਿੱਖ ਦੇ ਉੱਤੇ ਭੀੜਾ ਦਾ ਸਮਾਂ ਬਣ ਜਾਏ ਨਾ, ਸਭ ਸਿੱਖ ਜੀਓ ਕੁਰਬਾਨ ਲਈ ਤਿਆਰ ਹੋਣ। ਕਹਿੰਦੇ ਇੱਕ ਸਿੱਖ ਤੇ ਭੀੜ ਦਾ ਸਮਾਂ ਆ ਜਾਏ ਨਾ, ਤੇ ਸੱਚੀ ਗੱਲ ਸਿੱਖਾ ਤੂੰ ਕਿਸੇ ਨੂੰ ਉਜੜਦਿਆਂ ਹੋਇਆਂ ਵੇਖ ਕੇ ਪਹਿਲਾਂ ਆਪਣੇ ਆਪ ਨੂੰ ਨਿਸ਼ਾਵਰ ਕਰ ਦੇ। ਉਹ ਕਹਿੰਦੇ ਤਾਂ ਸਿੱਖੀ ਦਾ ਫਲ ਪ੍ਰਾਪਤ ਹੋਵੇਗਾ, ਵਰਨਾ ਨਹੀਂ। ਪਿਆਰਿਓ, ਸਿੱਖੀ ਦਾ ਫਲ ਪ੍ਰਾਪਤ ਕਰਨਾ ਜ਼ਿੰਦਗੀ ਦੇ ਅੰਦਰ, ਪਹਿਲੀ ਗੱਲ ਆਪਸ ਵਿੱਚ ਪਿਆਰ ਕਰਨਾ, ਦੂਜੀ ਗੱਲ ਗੁਰੂ ਕੇ ਪਿਆਰਿਓ ਔਖੇ ਸਮੇਂ ਸਭ ਕੁਝ ਛੱਡ ਕੇ ਇਕੱਠੇ ਹੋ ਜਾਣਾ, ਤੀਜੀ ਗੱਲ ਕਿ ਆਪਣੇ ਭਰਾਵਾਂ ਦਾ ਦੁੱਖ ਦੇਖ ਕੇ ਆਪਣਾ ਦੁੱਖ ਸਮਝਣਾ। ਗੁਰੂ ਕੇ ਪਿਆਰਿਓ, ਜਦੋਂ ਰੱਬ ਵੀ ਦੇਖਦਾ ਨਾ ਆਪਣੇ ਪੰਥ ਨੂੰ ਦੁੱਖ ਦੀ ਹਾਲ ਦੀ ਘੜੀ ਵਿੱਚ ਰੱਬ ਜੀ ਦੇਖਦੇ ਆ, ਤੇ ਰੱਬ ਜੀ ਵੀ ਕਹਿੰਦੇ ਆ ਸੰਤਨ ਦੁੱਖ ਪਾਏ ਤੇ ਦੁਖੀ। ਕਹਿੰਦੇ ਗੁਰੂ ਕੇ ਪਿਆਰਿਓ, ਜਦੋਂ ਪਰਮਾਤਮਾ ਜੀ ਦੇਖਦੇ ਆ ਆਪਣੇ ਪੰਥ ਨੂੰ ਇਸ ਹਾਲਤ ਵਿੱਚ, ਸੱਚੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੈਨੂੰ ਦੁੱਖ ਮਹਿਸੂਸ ਹੁੰਦਾ ਹੈ, ਪਰ ਅਫਸੋਸ ਦੀ ਗੱਲ ਸਾਨੂੰ ਇੱਥੇ ਬੈਠਿਆਂ ਇੱਕ ਦੂਜੇ ਵੱਲ ਵੇਖਦਿਆਂ ਅੰਦਰ ਦੀ ਪੀੜਾ ਮਹਿਸੂਸ ਨਹੀਂ ਹੁੰਦੀ। ਖੈਰ ਪਿਆਰਿਓ, ਮੈਂ ਥੋੜਾ ਸਮਾਂ ਜ਼ਿਆਦਾ ਪਹਿਲਾਂ ਲੈ ਗਿਆ, ਤੁਸੀਂ ਮੇਰੀ ਹਾਜ਼ਰੀ ਜ਼ਰੂਰ ਲਵਾਉਣੀ। ਮੈਂ ਅੱਜ ਦੇ ਹੀ ਇਹਨਾਂ ਹਾਲਾਤਾਂ ਬਾਰੇ ਹੀ ਗੱਲ ਕਰਾਂਗਾ। ਗੁਰਬਾਣੀ ਤੇ ਗੁਰ ਇਤਿਹਾਸ, ਸਿੱਖਾਂ ਦੇ ਇਤਿਹਾਸ ਵਿੱਚੋਂ ਮੈਂ ਕੁਝ ਬੇਨਤੀਆਂ ਕਰਨੀਆਂ ਨੇ, ਪਰ ਜੇ ਅੱਜ ਬੈਠੇ ਆ ਨਾ ਤੇ ਇਹ ਤਿੰਨ ਗੱਲਾਂ ਆਪਾਂ ਪੱਲੇ ਬੰਨ੍ਹ ਲਈਏ। ਆਪਸ ਵਿੱਚ ਪਿਆਰ ਕਰੀਏ, ਦੂਜੀ ਗੱਲ ਦੁੱਖ ਦੀ ਘੜੀ ਦੇ ਵਿੱਚ ਸਭ ਕੁਝ ਭੁਲਾ ਕੇ ਇਕੱਠੇ ਹੋ ਜਾਈਏ, ਤੇ ਤੀਜੀ ਗੱਲ ਗੁਰੂ ਕੇ ਪਿਆਰਿਓ ਇੱਕ ਦੂਜੇ ਵਾਸਤੇ ਜਾਨ ਦੇਣ ਲਈ ਵੀ ਤਿਆਰ, ਘੱਟੋ ਘੱਟ ਜਾਨ ਦੇਣ ਲਈ ਨਹੀਂ ਤਿਆਰ, ਤੇ ਘੱਟੋ ਘੱਟ ਇੱਕ ਦੂਜੇ ਨੂੰ ਸੀਨੇ ਨਾਲ ਤਾਂ ਲਾਈਏ। ਪਿਆਰਿਓ, 31 ਅਕਤੂਬਰ 1984 ਸੀ ਜਦੋਂ ਸਤਵੰਤ ਸਿੰਘ ਤੇ ਗੋਲੀ ਚੱਲਣ ਲੱਗੀ, ਤੇ ਗੁਰੂ ਕੇ ਪਿਆਰਿਓ ਬੇਅੰਤ ਸਿੰਘ ਨੇ ਆਪਣੀ ਛਾਤੀ ਢਾਹ ਦਿੱਤੀ। ਇਹਨੂੰ ਕਹਿੰਦੇ ਜੀਓ ਕੁਰਬਾਨ ਕਰਨ ਲਈ ਤਿਆਰ ਹੋਣਾ, ਇੱਕ ਦੂਜੇ ਲਈ ਜਾਨ ਦੇਣ ਲਈ ਤਿਆਰ। ਸਤਵੰਤ ਸਿੰਘ ਤੇ ਗੋਲੀ ਚਲਾਉਣ ਲੱਗੇ ਸੀ ਜੀ, ਕਿਉਂਕਿ ਭਾਈ ਸਤਵੰਤ ਸਿੰਘ ਨੇ ਬੰਦੂਕ ਨੂੰ ਹੱਥ ਪਾਇਆ, ਤੇ ਗੁਰੂ ਕੇ ਪਿਆਰਿਓ ਜਦੋਂ ਪੁਲਸੀਆਂ ਦੀ ਬੰਦੂਕ ਨੂੰ ਹੱਥ ਪਾਉਣ ਲੱਗੇ, ਉਸ ਵੇਲੇ ਭਾਈ ਬੇਅੰਤ ਸਿੰਘ ਨੇ ਆਖਿਆ ਪਹਿਲਾਂ ਮੇਰੀ ਛਾਤੀ ਵਿੱਚੋਂ ਗੋਲੀ ਲੰਘ ਕੇ ਜਾਏਗੀ। ਤਾਂ ਭਾਈ ਬੇਅੰਤ ਸਿੰਘ ਦੀ ਸ਼ਹੀਦੀ ਹੋਈ ਸੀ ਉਸ ਦਿਨ। ਹੁਣ ਦਿਨ ਅਜੇ ਹਫ਼ਤਾ ਕੀ ਹੋਇਆ ਉਹਨਾਂ ਦਿਨਾਂ ਨੂੰ ਲੰਘੇ ਹੋਏ ਨੂੰ। ਸਾਰੀ ਸੰਗਤ ਆਪਾਂ ਉਹਨਾਂ ਸ਼ਹੀਦਾਂ ਦਾ ਧਿਆਨ ਧਰ ਕੇ ਅੰਦਰ ਨੂੰ ਟਿਕਾਉਣ ਦੀ ਕੋਸ਼ਿਸ਼ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੋ, ਆਪਣੇ ਪੰਥ ਦੇ ਅੰਦਰ ਉਹ ਭਾਵਨਾ ਬਖਸ਼ੋ 18ਵੀਂ ਸਦੀ ਦੇ ਸਿੰਘਾਂ ਵਾਲੀ। ਆਪਣੇ ਪੰਥ ਨੂੰ ਉਹਨਾਂ ਸਿੰਘਾਂ ਦਾ ਪਿਆਰ ਬਖਸ਼ੋ ਜਿਹੜੇ ਸਿੰਘ ਇੱਕ ਦੂਜੇ ਵਾਸਤੇ ਸਭ ਕੁਝ ਕਰਵਾਉਣ ਲਈ ਤਿਆਰ ਹੁੰਦੇ ਸੀ। ਸਾਰੀ ਸੰਗਤ ਲਵਾਓ ਮੇਰੀ ਹਾਜ਼ਰੀ, ਗੱਜ ਕੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਪਿਆਰਿਓ, ਮੈਂ ਆਰੰਭਤਾ ਕੀਤੀ ਸੀ ਕਿ ਪ੍ਰੇਮ ਸਮਾਰਕ ਗ੍ਰੰਥ ਦੇ ਕਰਤਾ ਤੇ ਮੈਂ ਇੱਕ ਬੇਨਤੀ ਕਰਾਂਗਾ। ਇਹ ਜਦੋਂ ਵੀ ਮੈਂ ਕੱਲ ਵੀ ਇਸ ਵਿਸ਼ੇ ਤੇ ਗੱਲ ਕੀਤੀ, ਪਰ ਮੈਂ ਅੱਜ ਵੀ ਗੱਲ ਕਰਨੀ ਆ। ਜਦੋਂ ਵੀ ਟੁੱਟਣ ਵਾਲੇ ਬੰਦਿਆਂ ਵਿੱਚ ਆਸ ਰੱਖਾਂਗੇ, ਗੁਰੂ ਕੇ ਪਿਆਰਿਓ ਸੱਚੀ ਗੱਲ ਹੈ, ਬੰਦੇ ਦੀ ਆਸ ਵੀ ਕੱਚੀ ਰਹਿ ਜਾਂਦੀ ਆ। ਕੱਚਿਆਂ ਵਿੱਚ ਆਸ ਰੱਖੋ ਤੇ ਕੱਚੀ ਹੀ ਰਹਿ ਜਾਂਦੀ ਆ ਆਸ। ਟੁੱਟਣ ਵਾਲਿਆਂ ਵਿੱਚ ਆਸ ਰੱਖੋ ਤੇ ਆਸ ਨੇ ਇੱਕ ਦਿਨ ਭੱਜ ਜਾਣਾ ਆ। ਜੇ ਟੁੱਟਣ ਵਾਲੇ ਭੱਜਣ ਵਾਲਿਆਂ ਵਿੱਚ ਆਸ ਰੱਖਾਂਗੇ ਨਾ, ਸੱਚੀ ਗੱਲ ਕੇਵਲ ਆਸ ਨਹੀਂ ਟੁੱਟਦੀ, ਬੰਦਾ ਖੁਦ ਵੀ ਟੁੱਟ ਜਾਂਦਾ ਹੈ। ਜਦੋਂ ਕੋਈ ਸਾਡੀ ਆਸ ਨੂੰ ਤੋੜਦਾ ਨਾ, ਕਿਸੇ ਬੰਦੇ ਉੱਤੇ ਮੁਰਾਦਾਂ ਰੱਖੀਆਂ ਹੋਣ, ਕਿਸੇ ਬੰਦੇ ਉੱਤੇ ਆਸ ਰੱਖੀ ਹੋਵੇ, ਤੇ ਸੱਚੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕੇਵਲ ਆਸ ਨਹੀਂ ਟੁੱਟਦੀ, ਬੰਦਾ ਖੁਦ ਵੀ ਟੁੱਟ ਜਾਂਦਾ ਹੈ। ਲੋੜ ਹੈ ਇਸ ਸਮੇਂ ਉੱਤੇ, ਮੈਂ ਕੱਲ ਵੀ ਇਹ ਗੱਲ ਕੀਤੀ, ਮੈਂ ਪਰਸੋਂ ਵੀ ਕੀਤੀ, ਲੋੜ ਹੈ ਸੱਚੀ ਦੀ ਆਸ ਤੇ ਜੀਵਣਾ। ਗੁਰੂ ਕੇ ਪਿਆਰਿਓ, ਜਿਹੜਾ ਸੱਚੀ ਦੀ ਆਸ ਤੇ ਜੀਵਦਾ ਸੀ ਨਾ, ਸੰਤ ਜਰਨੈਲ ਸਿੰਘ ਜੀ ਵਰਗਾ ਯੋਧਾ, ਜਿਹੜੇ ਕਹਿੰਦੇ ਹੁੰਦੇ ਸੀ ਸਰਵਰ ਪੰਛੀ ਹੇਕੜੋ ਫਾਹੀ ਵਾਲ 50, ਇਹੋ ਤਨ ਲਹਿਰੀ ਗੜਥਿਆ ਸੱਚੇ ਤੇਰੀ ਆਸ। ਪੜ੍ਹਦੇ ਸੀ ਨਾ ਸੰਤ, ਇਹ ਪੰਛੀ ਕੱਲਾ ਹੈ ਇਹਦੇ ਮਗਰ ਸ਼ਿਕਾਰੀ ਬਹੁਤੇ। ਪਰ ਗੁਰੂ ਕੇ ਪਿਆਰਿਓ, ਕੱਲਾ ਪੰਛੀ ਇਹ ਜਿਹੜਾ ਇਹ ਕੋਈ ਕੋਇਲ ਵਰਗਾ ਪੰਛੀ ਨਹੀਂ ਸੀ ਜਾਂ ਕੋਈ ਚਿੜੀ ਨਹੀਂ ਸੀ, ਇਹ ਕਲਗੀਆਂ ਵਾਲੇ ਦਾ ਬਾਜ ਸੀ। ਭਾਵੇਂ ਕੱਲਾ ਵੀ ਸੀ, ਪਰ ਇਹਦੇ ਹੱਥ ਦੇ ਵਿੱਚ ਬੜਾ ਜ਼ੋਰ ਸੀ, ਕਿਉਂਕਿ ਅੰਦਰ ਸੱਚੇ ਦੇ ਉੱਤੇ ਆਸ ਰੱਖੀ ਸੀ, ਕਿਸੇ ਹੋਰ ਦੀ ਆਸ ਨਹੀਂ ਸੀ ਰੱਖੀ।
ਤੇ ਮੈਂ ਬੇਨਤੀ ਕਰਾਂ, ਪੁਰਾਤਨ ਸਿੰਘ ਜਦੋਂ ਹਰਮੰਦਰ ਸਾਹਿਬ ਮੱਥਾ ਟੇਕਦੀ ਸੀ ਨਾ, ਗਿਆਨੀ ਜੀ ਨੇ ਆਪ ਜੀ ਨੂੰ ਹਰਮੰਦਰ ਸਾਹਿਬ ਦੀ ਹਿਸਟਰੀ ਬਾਰੇ ਦੱਸਿਆ ਨਾ, ਤੇ ਪਤਾ ਕੀ ਕਹਿੰਦੇ ਹੁੰਦੇ ਸੀ? ਕਹਿੰਦੇ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ। ਪਹਿਲੀ ਗੱਲ ਗੁਰੂ ਕੇ ਪਿਆਰਿਓ, ਹਰਮੰਦਰ ਸਾਹਿਬ ਇਹੋ ਜਿਹਾ ਅਸਥਾਨ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਨਾ ਪ੍ਰਕਰਮਾਂ ਦੇ ਵਿੱਚ ਆਉਣ ਤੋਂ ਪਹਿਲਾਂ ਆਪਣੀ ਕਲਗੀ ਉਤਾਰ ਦਿੰਦੇ ਹੁੰਦੇ ਸੀ। ਤੇ ਪਿਆਰਿਓ ਕਹਿੰਦੇ ਨੇ ਕਿ ਜਦੋਂ ਹਰਮੰਦਰ ਸਾਹਿਬ ਦੀ ਗੇਟ ਵਿੱਚੋਂ ਦੀ ਨਿਕਲਦੇ ਸੀ ਨਾ, ਮਹਾਰਾਜਾ ਰਣਜੀਤ ਸਿੰਘ ਜਦੋਂ ਪਹਿਲੀ ਗੇਟ ਚੋਂ ਨਿਕਲਦੇ ਸੀ, ਆਪਣੇ ਘੋੜੇ ਤੋਂ ਉਤਰ ਕੇ ਜੋੜੇ ਲਾ ਕੇ ਨੰਗੇ ਪੈਰ ਤੁਰ ਕੇ ਜਾਂਦੇ ਹੁੰਦੇ ਸੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਵੱਲ। ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ। ਪਰ ਪਿਆਰਿਓ ਗਰੀਬਾਂ ਦੀ ਲਾਜ ਰੱਖਦਿਆ ਮੇਰਾ ਗੁਰੂ ਗਰੀਬ ਨਵਾਜ ਹੈ। ਪਰ ਪਿਆਰਿਓ ਗਰੀਬ ਬਣ ਕੇ ਕੋਈ ਨਹੀਂ ਆਉਂਦਾ, ਸਾਰੇ ਆਪਣੇ ਆਪ ਨੂੰ ਸ਼ਾਹ ਤੇ ਰਾਜੇ ਸਮਝ ਕੇ ਹੀ ਆਉਂਦੇ ਆ ਇੱਥੇ। ਆਪਣੇ ਆਪ ਨੂੰ ਬਾਦਸ਼ਾਹ ਸਮਝੀ ਬੈਠਾ ਆ ਸਿੱਖ। ਗੁਰੂ ਕੇ ਪਿਆਰਿਓ ਪੁਰਾਤਨ ਸਿੱਖ ਕਹਿੰਦੇ ਹੁੰਦੇ ਸੀ, ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ, ਨਾਮ ਰਤੇ ਪਾਤਸ਼ਾਹ। ਭਾਵੇਂ ਮੇਰਾ ਇਹ ਪ੍ਰਕਰਨ ਨਹੀਂ, ਕਿਉਂਕਿ ਮੈਂ ਆਸ ਦੀ ਟੌਪਿਕ ਸ਼ੁਰੂ ਕੀਤੀ ਆ, ਪਰ ਮੈਂ ਬੇਨਤੀ ਕਰਨੀ ਆ ਗੁਰੂ ਕੇ ਪਿਆਰਿਓ, ਮੈਂ ਇੱਥੇ ਸ਼ਬਦ ਦੀ ਵਿਚਾਰ ਕਰਦਾ ਸੀ ਤੇ ਮੈਨੂੰ ਅੱਜ ਵੀ ਬਜ਼ੁਰਗ ਦਿਸਦੇ ਨੇ ਜਿਹੜੇ ਨਿਤਨੇਮ ਮੁਤਾਬਕ ਰੋਜ਼ ਆ ਕੇ ਸ਼ਬਦ ਦੀ ਵਿਚਾਰ ਸੁਣਦੇ ਆ। ਤੇ ਮੇਰੇ ਗੁਰੂ ਅਮਰਦਾਸ ਜੀ ਨੇ ਨਾ ਮਾਰੂ ਰਾਗ ਦੇ ਵਿੱਚ ਇੱਕ ਗੱਲ ਆਖੀ ਆ, ਕਹਿੰਦੇ ਪਿਆਰਿਓ ਸੱਚੀ ਗੱਲ ਹੈ, ਤੁਹਾਨੂੰ ਕੋਈ ਰਾਜਾ ਦਿਸਦਾ ਹੋਏਗਾ, ਤੁਹਾਨੂੰ ਕੋਈ ਬਾਦਸ਼ਾਹ ਦਿਸਦਾ ਹੋਏਗਾ, ਤੁਹਾਨੂੰ ਕੋਈ ਮੰਤਰੀ ਸੰਤਰੀ ਦਿਸਦਾ ਹੋਏਗਾ, ਪਰ ਗੁਰੂ ਅਮਰਦਾਸ ਕਹਿੰਦੇ ਰੱਬ ਤੋਂ ਬਿਨਾਂ ਮੈਨੂੰ ਹੋਰ ਕੋਈ ਬਾਦਸ਼ਾਹ ਦਿਸਦਾ ਨਹੀਂ ਦੁਨੀਆ 'ਚ। ਕਹਿੰਦੇ ਸਭ ਨਗਰੀ ਮੈਂ ਇੱਕੋ ਰਾਜਾ। ਕੀ ਅਰਥ ਨੇ ਇਹਦੇ ਜੀ? ਸਭ ਦੇ ਅਰਥ ਨੇ ਜੋ ਵੀ ਬਣਿਆ ਆ ਇਸ ਸੰਸਾਰ ਦੇ ਅੰਦਰ, 14 ਭਵਨਾਂ ਦੇ ਅੰਦਰ, ਪਾਤਾਲਾਂ ਦੇ ਵਿੱਚ, ਆਕਾਸ਼ਾਂ ਦੇ ਵਿੱਚ, ਧੰਨ ਗੁਰੂ ਅਮਰਦਾਸ ਕਹਿੰਦੇ ਮੈਨੂੰ ਤਾਂ ਇੱਕੋ ਹੀ ਰੱਬ ਬਾਦਸ਼ਾਹ ਦਿਸਦਾ, ਹੋਰ ਕੋਈ ਨਹੀਂ ਦਿਸਦਾ। ਕਹਿੰਦੇ ਸਭ ਨਗਰੀ ਮੈਂ ਇੱਕੋ ਰਾਜਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਪਰ ਗਰੀਬ ਨਵਾਜਾ ਜੀ, ਤੇ ਗਰੀਬ ਦੇ ਅਰਥ ਇਹ ਨਹੀਂ ਕਿ ਕੱਪੜੇ ਪਾਟੇ ਹੋਣ, ਹਾਂ ਇੱਕ ਬਾਹਰਲੇ ਤੌਰ ਤੇ ਹੈ, ਪਰ ਗੁਰੂ ਕੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਉ ਤਿਸ ਘੋਲ ਕਮਾਇਆ, ਗੁਰਮਤਿ ਹਿਰਦੈ ਗਰੀਬੀ ਆਵੇ। ਜਦੋਂ ਬੰਦਾ, ਮੈਂ ਸ਼ਾਇਦ ਕੱਲ੍ਹ ਦੇ ਸਵੇਰ ਦੇ ਦੀਵਾਨ 'ਚ ਵੀ ਬੇਨਤੀ ਕੀਤੀ ਸੀ, ਸਿੱਖਾ ਤੈਨੂੰ ਅਰਦਾਸ ਕਰਨ ਦਾ ਢੰਗ ਹੀ ਚੇਤਾ ਭੁੱਲ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਅਰਦਾਸ ਕਰਨ ਦੀਆਂ 2 ਸ਼ਰਤਾਂ ਨੇ। ਕੱਲ੍ਹ ਦਾ ਹੁਕਮਨਾਮਾ ਸੀ ਜੀ ਸਵੇਰ ਦਾ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ ਬਾਪ ਬੀਠਲਾ ਬਾਂਹ ਦੇ। ਜੇ ਅੱਜ ਦੁੱਖ ਦੀ ਘੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਅਰਦਾਸ ਕਰਨ ਵਾਸਤੇ ਇਕੱਠੇ ਹੋਇਆ, ਵੀਰੋ ਮਤਾਵੋ ਭੈਣੋ, ਸਾਡੇ ਦਿਲ ਦੇ ਵਿੱਚ ਅਰਦਾਸ ਕਰਨ ਦੀ ਭਾਵਨਾ ਵਸਣੀ ਚਾਹੀਦੀ ਆ। ਭਗਤ ਨਾਮਦੇਵ ਜੀ ਇੱਕ ਤੁਕ ਵਿੱਚ ਸਾਨੂੰ ਸਿਖਾਲਦੇ ਆ, ਸਿੱਖਾ ਅਰਦਾਸ ਕਿਵੇਂ ਕਰਨੀ ਆ। ਪਤਾ ਕੀ ਕਹਿੰਦੇ ਆ? ਕਹਿੰਦੇ ਮੈਂ ਅਜਾਨ ਜਨ ਤਰਬੇ ਨਾ ਜਾਨ। ਪਹਿਲੀ ਸ਼ਰਤ ਕੀ ਹੈ ਅਰਦਾਸ ਦੀ? ਪਹਿਲੀ ਸ਼ਰਤ ਹੈ ਤੂੰ ਰੱਬ ਨੂੰ ਕਹਿ ਦੇ ਰੱਬਾ ਮੇਰੇ ਹੱਥ ਵਿੱਚ ਕੁਝ ਨਹੀਂ। ਪਰ ਅਫਸੋਸ ਦੀ ਗੱਲ, ਬੰਦਾ ਗੁਰੂ ਗ੍ਰੰਥ ਦੇ ਅੱਗੇ ਅਰਦਾਸ ਕਰਦਾ ਆ, ਪਰ ਕਦੇ ਰਿਸ਼ਤੇਦਾਰਾਂ ਦੀ ਆਸ, ਚਲੋ ਜੇ ਬਾਬੇ ਨੇ ਨਹੀਂ ਪੂਰੀ ਕੀਤੀ ਤੇ ਫਲਾਨਾ ਮੇਰਾ ਪੂਰਾ ਕੰਮ ਕਰ ਦੂਗਾ, ਜੇ ਉਹਨੇ ਨਹੀਂ ਪੂਰਾ ਕੀਤਾ ਤੇ ਮੇਰੇ ਕੋਲ ਪੈਸਾ ਬੜਾਇਆ, ਜੇ ਐਦਾਂ ਨਹੀਂ ਹੋਇਆ ਫਿਰ ਰਾਜ ਦਰਬਾਰਾਂ 'ਚ ਹੋ ਜਾਊਗਾ। ਪਿਆਰਿਓ ਲੋੜ ਹੈ ਅੱਜ ਗੁਰੂ ਗ੍ਰੰਥ ਸਾਹਿਬ ਦੀ ਆਸ ਤੇ ਜੀਵਨਾ। ਗੁਰੂ ਗ੍ਰੰਥ ਦੀ ਆਸ ਵਿੱਚੋਂ ਬਹੁਤ ਜ਼ਿਆਦਾ ਬਖਸ਼ਿਸ਼ ਮਿਲਦੀ ਸਿੱਖ ਨੂੰ। ਮੈਂ ਕਹਿ ਨਹੀਂ ਸਕਦਾ 1.25 ਲੱਖ ਦੇ ਨਾਲ ਇੱਕ ਸਿੱਖ ਲੜ ਸਕਦਾ ਆ ਜੇ ਉਹਦੇ ਅੰਦਰ ਕਲਗੀਧਰ ਦੇ ਚਰਨਾਂ ਦੀ ਆਸ ਹੋਵੇ। ਤਾਂ ਇੱਕ ਤਨਖਾਹਾਂ ਤੇ ਲੜਦੇ ਸੀ ਤੇ ਪਿਆਰਿਓ ਇੱਕ ਤਾਜਾਂ ਬਾਜਾਂ ਵਾਲੇ ਪ੍ਰੀਤਮ ਪਿਆਰੇ ਦੀ ਆਸ ਤੇ ਲੜਦੇ ਸੀ। ਇੱਕ ਲੜਦੇ ਸੀ ਕਿ ਸਾਡੇ ਝੋਲੀ 'ਚ ਮੋਹਰਾਂ ਪੈ ਜਾਣ, ਇੱਕ ਲੜਦੇ ਸੀ ਕਿ ਸਾਡੀ ਝੋਲੀ 'ਚ ਮਿਹਰ ਪੈ ਜਾਏ। ਤੇ ਮੈਂ ਬੇਨਤੀ ਕਰਾਂ ਪਿਆਰਿਓ, ਜਦੋਂ ਬੰਦਾ ਮੋਹਰਾਂ ਪਿੱਛੇ ਭੱਜਣਾ ਛੱਡ ਦੇਗਾ ਨਾ ਤੇ ਮਿਹਰ ਦੇ ਮਗਰ ਭੱਜੇਗਾ, ਸੱਚੀ ਗੱਲ ਗੁਰੂ ਕੇ ਪਿਆਰਿਓ ਕੋਈ ਵੀ ਤਾਕਤ ਰੋਕ ਨਹੀਂ ਸਕਦੀ। ਇਹਨਾਂ ਨੂੰ ਜਜ਼ਬਾਤੀ ਗੱਲਾਂ ਨਾ ਸਮਝਣਾ ਜਾਂ ਕੱਲੀਆਂ ਜੀ ਸਟੇਜ ਨਹੀਂ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਜੇ ਤੂੰ ਅਰਦਾਸ ਕਰਨੀ ਆ
ਆਪਣੇ ਗੁਰੂ ਤੇ ਅਕੀਦਾ ਰੱਖੀਏ, ਵਿਸ਼ਵਾਸ ਰੱਖੀਏ। ਵਿਸ਼ਵ ਆਸ, ਇਹ ਜੀ ਦੋ ਲਫ਼ਜ਼ਾਂ ਦੇ ਜੋੜ ਤੋਂ ਬਣਿਆ ਵਿਸ਼ਵ। ਵਿਸ਼ਵ ਦੇ ਆਸ ਨੇ ਸਮੱਗਰ, ਇੰਟਾਇਰ, ਕੰਪਲੀਟ। ਮੈਂ ਅੱਜ ਅੰਗਰੇਜ਼ੀ ਘੱਟ ਬੋਲ ਰਿਹਾ ਕਿਉਂਕਿ ਸੰਗਤ ਦੇ ਵਿੱਚ ਨੌਜਵਾਨ ਬੜੇ ਥੋੜ੍ਹੇ ਆ, ਤੇ ਮੈਂ ਬੇਨਤੀ ਕਰਾਂ, ਮੈਂ ਕਈ ਵਾਰੀ ਸਟੇਜਾਂ ਤੇ ਇਹ ਗੱਲ ਕਹੀ ਆ, ਪੰਥ ਬਚਾਉਣ ਨੂੰ ਅਸੀਂ ਗੱਲ ਕਰਦੇ ਹਾਂ, ਪੰਥ ਸਾਡਾ ਘਰੇ ਬੈਠਾ ਹੁੰਦਾ ਤੇ ਅਸੀਂ ਗੁਰਦੁਆਰੇ ਬੈਠੇ ਹੁੰਦੇ ਹਾਂ। ਪੰਥ ਕਿਹੜਾ ਹੈ ਜੀ? ਗੋਦੀਆਂ 'ਚ ਜਿਹੜੇ ਲਾਲ ਖੇਡਦੇ ਆ, ਸਾਡੇ ਵੱਲ ਨਹੀਂ। ਜਦੋਂ ਮਾਤਾ ਸੁੰਦਰੀ ਨੇ ਪੁੱਛਿਆ ਸੀ ਕਲਗੀਆਂ ਵਾਲੇ ਨੂੰ, ਕਲਗੀਆਂ ਵਾਲਿਆ ਮੇਰੇ 4 ਲਾਲ ਕਿੱਥੇ ਆ? ਕਲਗੀਆਂ ਵਾਲੇ ਨੇ ਆਖਿਆ, ਸਿੱਖਾਂ ਦੀਆਂ ਗੋਦੀਆਂ 'ਚ ਵੇਖ, ਇਹ ਤੇਰੇ ਹੀ ਲਾਲ ਨੇ ਸੁੰਦਰੀ, ਸਾਹਿਬ ਦੇਵਾ ਤੇਰੇ ਹੀ ਲਾਲ ਇੱਥੇ ਖੇਡਦੇ ਪਏ ਨੇ। ਪਰ ਪਿਆਰਿਓ, ਅੱਜ ਗੁਰੂ ਦੀ ਗੋਦੀ ਵਿੱਚ ਉਹਨੂੰ ਮਹਾਰਾਜ ਚਾਹੁੰਦੇ ਸੀ ਨਾ ਕਿ ਜਦੋਂ ਤੂੰ 5 ਸਾਲ ਦੇ ਬੱਚੇ ਦਾ ਜੂੜਾ ਕਰਕੇ ਜਪਜੀ ਸਾਹਿਬ ਦਾ ਪਾਠ ਉਹਨੂੰ ਸਰਵਣ ਕਰਾ ਕੇ ਉਂਗਲੀ ਲਾ ਕੇ ਤੇ ਗੁਰਦੁਆਰੇ ਲੈ ਕੇ ਆਏਗਾ, ਤੇ ਸੱਚੀ ਗੱਲ ਤੇਰੇ 5 ਸਾਲ ਦੇ ਬੱਚੇ ਵਿੱਚੋਂ ਮੈਨੂੰ ਆਪਣੇ ਫਤਿਹ ਸਿੰਘ ਦੀ ਝਲਕ ਮਿਲ ਜਾਏਗੀ। ਕਲਗੀਆਂ ਵਾਲੇ ਨੇ ਆਸ ਰੱਖੀ ਸੀ ਨਾ ਇਹੀ, ਪਰ ਅੱਜ ਉਹ ਹੋ ਨਹੀਂ ਰਿਹਾ। ਆਪਣੇ ਆਲੇ ਦੁਆਲੇ ਦੇਖੋ, ਕਿੱਥੇ ਆ ਸਾਡਾ ਪੰਥ ਆਉਣ ਵਾਲਾ? ਅਸੀਂ ਕਹਿੰਦੇ ਪੰਥ ਨੂੰ ਬਚਾਓ। ਮੈਂ ਬੇਨਤੀ ਕਰਾਂ ਪਿਆਰਿਓ, ਆਪਣੇ ਘਰਾਂ ਵਿੱਚ ਆਪਣੇ ਪਰਿਵਾਰ ਨੂੰ ਬਚਾਈਏ। ਮੈਂ ਕੈਨੇਡਾ ਦੀ ਧਰਤੀ 'ਤੇ ਆ ਕੇ ਹੈਰਾਨ ਹੋਇਆ, ਸਿੱਖਾਂ ਦੇ ਬੱਚੇ ਇੱਕ ਦੂਜੇ ਨੂੰ ਗੋਲੀਆਂ ਨਾਲ ਭੁੰਨਦੇ ਪਏ ਨੇ। ਸੱਚ ਹੈ ਨਾ? ਇੱਥੋਂ ਦੇ ਜਿਹੜੇ ਹਾਲਾਤ ਆ, ਹਾਲਾਂ ਇੰਗਲੈਂਡ ਵਿੱਚ ਇਤਨੀ ਹਾਲਤ, ਇਹ ਪਾਸਾ, ਇਹ ਦੌਰ ਚੱਲਿਆ ਨਹੀਂ। ਇਹ ਹੈ ਪੰਥ। ਇਹਨਾਂ ਬੱਚਿਆਂ ਨੂੰ ਗੁਰੂ ਦੀ ਗੋਦੀ ਨਾਲ ਲਾ ਲਈਏ, ਪੰਥ ਬਚੇਗਾ, ਪੰਥ ਬਚੇਗਾ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ, ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ। ਮਹਾਰਾਜ ਕਹਿੰਦੇ, ਉਹ ਸਿੱਖਾ, ਇਹ ਜਿਹੜੀ ਤੇਰੀ ਖੇਤੀ ਆ ਨਾ, ਘਰ 'ਚ ਖੇਤੀ, ਤੇ ਭਾਵੇਂ ਉੱਥੇ ਅੰਦਰ ਦੀ ਖੇਤੀ ਬਾਰੇ ਵੀ ਗੱਲ ਕੀਤੀ ਆ, ਲੇਕਿਨ ਪਿਆਰਿਓ, ਮੈਨੂੰ ਕਈ ਵਾਰੀ ਉਸ ਤੁਕ ਨੂੰ ਪੜ੍ਹਦਿਆਂ ਆਪਣੇ ਘਰਾਂ ਦੀ ਹਾਲਤ ਦੇਖ ਕੇ ਤੇ ਮੈਂ ਇਹੀ ਸੋਚਦਾ ਆ, ਸਿੱਖਾ ਤੇਰੀ ਖੇਤੀ, ਤੇਰੇ ਘਰ ਦੇ ਵਿੱਚ ਬੱਚੇ ਪਲਦੇ ਜਿਹੜੇ ਆ, ਇਹੀ ਖੇਤੀ ਆ ਪੰਥ ਦੀ। ਤੂੰ ਇੱਕ ਕੰਮ ਕਰ, ਆਪਣੀ ਖੇਤੀ ਰੱਖ ਲੈ, ਜਿਹੜੀ ਇਹ ਖੇਤੀ ਆ ਨਾ, ਇਹਦੇ ਉੱਤੇ ਪਹਿਰਾ ਦੇ, ਕੂੰਜ ਪੜੇਗੀ ਖੇਤ, ਕਿਉਂਕਿ ਇਹਨਾਂ ਨੂੰ ਵਰਗ ਲਾਉਣ ਵਾਸਤੇ ਬੜੇ ਬੈਠੇ ਆ, ਨਸ਼ਿਆਂ ਵਾਲੇ ਬੈਠੇ, ਰਾਜ ਵਾਲੇ ਬੈਠੇ ਆ, ਹਕੂਮਤਾਂ ਬੈਠੀਆਂ ਨੇ। ਪਿਆਰਿਓ, ਇਤਨੀ ਜ਼ਿਆਦੀਆਂ ਤਾਕਤਾਂ ਜਿਹੜੀਆਂ ਬਾਹਰ ਲਈਆਂ, ਚਾਰੋਂ ਪਾਸੋਂ ਸਾਨੂੰ ਘੇਰੀਆਂ ਜਾਂਦੀਆਂ ਨੇ। ਤੇ ਮੈਂ ਬੇਨਤੀ ਕਰਾਂ, ਪੰਥ ਨੂੰ ਬਚਾਉਣ ਦੀ ਗੱਲ ਕਰਨ ਵਾਲਿਓ, ਆਪਣੇ ਘਰਾਂ ਵਿੱਚ ਬੱਚਿਆਂ ਨੂੰ ਪਹਿਲਾਂ ਬਚਾਈਏ ਪਲੀਜ਼। ਮੇਰੀ ਇਸ ਗੱਲ ਨੂੰ ਇੱਕ ਕੇਵਲ ਪੈਸਿਆਂ ਇਕੱਠੇ ਕਰਨ ਦਾ ਜਾਂ ਕੋਈ ਹੋਰ ਲਾਲਚ ਨਹੀਂ। ਮੈਂ ਤੁਹਾਨੂੰ ਇੱਕ ਗੱਲ ਵੀ ਕਹਿ ਦਿਆਂ, ਇਹ ਜਿਹੜੇ ਬਣਦੇ ਆ ਨਾ, ਇਹ ਇੰਗਲੈਂਡ ਜਾ ਕੇ ਘਟਣੇ ਆ। ਪੈਸਿਆਂ ਦੀ ਗੱਲ ਹੁੰਦੀ ਤੇ ਇੰਗਲੈਂਡ ਛੱਡ ਕੇ ਕਾਹਤੋਂ ਆਉਂਦੇ? ਤੇ ਕਈ, ਮੈਂ ਅੱਜ ਵੀ ਇਹ ਗੱਲ ਭਾਵਕ ਮੈਂ ਵੀ ਹੋਇਆ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ। ਇਹ ਨਾ ਸਮਝੀਏ ਕਿ 2-4 ਪੜ੍ਹੇ ਆ, ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਵੀ ਯੂਨੀਵਰਸਿਟੀ ਦੇ ਵਿੱਚ ਸਾਡੀ ਪੜ੍ਹਾਈਆਂ ਚੱਲਦੀਆਂ ਨੇ, ਗ੍ਰੈਜੂਏਟ ਹੋ ਕੇ ਕਥਾ ਕਰ ਰਹੇ ਹਾਂ। ਮੈਂ ਇਹ ਕਹਿ ਰਿਹਾ, ਮੈਂ ਆਪਣੀ ਵਡਿਆਈ ਨਹੀਂ, ਪਰ ਮੈਂ ਤਾਂ ਕਰਕੇ, ਕਿਉਂਕਿ ਕਈ ਸੋਚਦੇ ਨੇ ਜੀ ਪਤਾ ਨਹੀਂ ਕਿਉਂ ਇੰਗਲੈਂਡ ਤੋਂ ਜੀ ਤੁਰੇ ਆ, ਤਾਂ ਤੁਰੇ ਆ ਕਿਉਂਕਿ ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ। ਜਦੋਂ ਇਹਨਾਂ ਬੱਚਿਆਂ ਨੂੰ ਪੁੱਛੀਦਾ ਆ ਕਿ ਤੁਸੀਂ ਕਦੇ ਭਾਈ ਵੀਰ ਸਿੰਘ ਪੜ੍ਹਿਆ, ਕਹਿੰਦੇ ਉਹ ਹੁੰਦਾ ਕੌਣ ਹੈ? ਸਾਨੂੰ ਸਨੀ ਦਿਓਲ ਪਤਾ ਆ। ਤੇ ਮੈਂ ਸਨੀ ਦਿਓਲ ਦੀ ਕੋਈ ਇਹਦਾ ਮਤਲਬ ਮੈਂ ਕਿਸੇ ਦਾ ਨਾਂ ਲੈ ਲਿਆ, ਵੈਸੇ ਮੇਰਾ ਸੁਭਾਅ ਨਹੀਂ, ਚਲੋ ਉਹ ਵੀ ਆਪਣੀ ਥਾਂ ਤੇ ਠੀਕ ਹੋਵੇਗਾ। ਪਰ ਗੁਰੂ ਕੇ ਪਿਆਰਿਓ, ਭਾਈ ਵੀਰ ਸਿੰਘ ਸਾਡੇ ਘਰਾਂ 'ਚੋਂ ਅਲੋਪ ਹੋ ਗਿਆ, ਪ੍ਰੋਫੈਸਰ ਪੂਰਨ ਸਿੰਘ ਸਾਡੇ ਘਰਾਂ 'ਚੋਂ ਅਲੋਪ ਹੋ ਗਿਆ, ਭਾਈ ਕਾਹਨ ਸਿੰਘ ਨਾਭਾ ਸਾਡੇ ਘਰਾਂ 'ਚੋਂ ਅਲੋਪ ਹੋ ਗਿਆ, ਗੁਰੂ ਕੀਆਂ ਜਨਮ ਸਾਖੀਆਂ ਅਲੋਪ ਹੋ ਗਈਆਂ। ਕਵੀ ਸੰਤੋਖ ਸਿੰਘ ਦੀ ਗੱਲ ਅਸੀਂ ਕਰਕੇ ਰਾਜੀ ਨੇ, ਗਿਆਨੀ ਗਿਆਨ ਸਿੰਘ ਨੇ ਜੋ ਲਿਖਿਆ ਉਹ ਪੜ੍ਹ ਕੇ ਰਾਜੀ ਨੇ, ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਚਲੇ ਗਏ, ਉਹ ਸਾਡੇ ਘਰਾਂ ਵਿੱਚੋਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਅਲੋਪ ਹੁੰਦੀ ਜਾ ਰਹੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰਨ ਵਾਲਿਓ, ਮੈਂ ਆਪਣੇ ਆਪ ਨੂੰ, ਜਦੋਂ ਮੈਂ ਵਾਲਿਓ ਸ਼ਬਦ ਵਰਤਦਾ ਨਾ, ਮੈਂ ਵਿੱਚ ਹੀ ਹਾਂ ਤੁਹਾਡੇ, ਕਿ ਸਾਡੇ ਘਰਾਂ ਵਿੱਚ ਉਸ ਗੁਰੂ ਗ੍ਰੰਥ ਦਾ ਸਹਿਜ ਪਾਠ ਹੁੰਦਾ ਹੈ ਰੋਜ਼, ਜਿਸ ਗੁਰੂ ਗ੍ਰੰਥ ਸਾਹਿਬ ਬਾਰੇ ਅਸੀਂ ਅੱਜ ਪੀੜਾ ਜਤਾਉਣ ਵਾਸਤੇ ਆਏ ਹਾਂ। ਹੋ ਸਕਦਾ ਹੈ ਗੁਰੂ ਕੇ ਪਿਆਰਿਓ, ਜਿਹੜਾ ਬੰਦਾ ਆਪਣੇ ਆਪ ਨੂੰ ਕਲਗੀਆਂ ਵਾਲੇ ਦਾ ਸਿੱਖ ਕਹਾਉਂਦਾ ਆ, ਜਨਮ ਤੋਂ ਲੈ ਕੇ ਮੌਤ ਤੱਕ ਉਹਨੇ ਕਦੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਨਾ ਕੀਤੇ ਹੋਣ।
ਕੋਈ ਪਾਬੰਦੀ ਨਹੀਂ। ਮੇਰਾ ਗੁਰੂ ਤਾਂ ਕਹਿੰਦਾ ਸਿੱਖਾ ਤੂੰ ਜਿਹੜਾ ਮਰਜ਼ੀ ਆਏ, ਭਾਵੇਂ ਮੁਸਲਮਾਨ ਆਏ, ਹਿੰਦੂ ਆਵੇ, ਯਹੂਦੀ ਆਵੇ, ਜਿਹੜਾ ਮਰਜ਼ੀ, ਇਹ ਬਾਣੀ ਦਾ ਖਜ਼ਾਨਾ ਸਾਰਿਆਂ ਵਾਸਤੇ ਖੁੱਲ੍ਹਾ ਆ। ਪਰ ਅੱਜ ਜਿਹੜੇ ਬਾਣੀ ਦੇ ਖਜ਼ਾਨੇ ਨੇ ਸਾਰੀ ਦੁਨੀਆ ਨੂੰ ਆਪਣੀ ਗਲਵੱਕੜੀ 'ਚ ਲੈਣਾ ਸੀ ਨਾ, ਉਸ ਕਲਗੀਆਂ ਵਾਲੀ ਦੀ ਗਲਵੱਕੜੀ 'ਚ ਸਿੱਖ ਹੀ ਨਹੀਂ ਬੈਠ ਰਹੇ। ਪਿਆਰਿਓ, ਮੈਂ ਬੇਨਤੀ ਕਰਾਂ, ਸੱਚੀ ਦੀ ਆਸ ਤੋਂ ਮੈਂ ਸ਼ੁਰੂ ਕੀਤਾ ਸੀ ਤੇ ਥੋੜਾ ਆਪਾਂ ਨਿਕਲੇ ਸਾਂ ਗੁਰੂ ਅਮਰਦਾਸ ਜੀ ਦੇ ਸ਼ਬਦ ਬਾਰੇ। ਸਭ ਨਗਰੀ ਮੈਂ ਏਕੋ ਰਾਜਾ। ਗੁਰਬਾਣੀ ਨੇ ਤਿੰਨਾਂ ਨੂੰ ਰਾਜਾ ਮੰਨਿਆ ਜੀ। ਪਹਿਲੀ ਗੱਲ, ਗੁਰੂ ਨਾਨਕ ਨੂੰ ਪੁੱਛੋ ਰਾਜਾ ਕੌਣ ਆ? ਗੁਰੂ ਨਾਨਕ ਕਹਿੰਦੇ ਰੱਬ ਰਾਜਾ। ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਦੂਜੀ ਗੱਲ ਕਹਿੰਦੇ ਗੁਰੂ ਕੇ ਪਿਆਰਿਓ, ਜਿਹੜਾ ਸੱਚਾ ਪਾਤਸ਼ਾਹ ਉਹ ਗੁਰੂ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾਹ। ਗੁਰੂ ਕੇ ਪਿਆਰਿਓ, ਤੀਸਰਾ ਪਾਤਸ਼ਾਹ ਉਹ ਸਿੱਖ ਹੈ ਜਿਹਦੇ ਹਿਰਦੇ ਦੇ ਵਿੱਚ ਗੁਰੂ ਜਿਹੜਾ ਵਸ ਜਾਏ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਪਿਆਰਿਓ, ਅਕਾਲੀ ਫੂਲਾ ਸਿੰਘ ਪਾਤਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਲਲਕਾਰਦਾ ਸੀ, ਕਿਉਂਕਿ ਸਭ ਨਗਰੀ ਮੈਂ ਇੱਕੋ ਰਾਜਾ। ਕਹਿੰਦਾ ਰਣਜੀਤ ਸਿੰਘ 4 ਦਿਨਾਂ ਵਾਸਤੇ, ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਤਿੰਨਾਂ ਦਾ ਜੀਵਨ ਉਹਨਾਂ ਨੇ ਪੰਥ ਲਈ ਬੜਾ ਕੁਛ ਕੀਤਾ ਜੀ। ਕਈ ਵਾਰੀ ਅਸੀਂ ਉਹਨਾਂ ਦੇ ਐਬ ਵਿਚਾਰਨ ਲੱਗਦੇ, ਨਹੀਂ ਸਿੱਖਾ ਆਪਣੇ ਵੱਲ ਦੇਖ, ਤੂੰ ਕੀ ਕੀਤਾ। ਉਸ ਸਿੱਖ ਨੂੰ ਰਾਜ ਮਿਲਿਆ, ਉਸ ਨੇ ਹਰਮੰਦਰ ਸਾਹਿਬ ਨੂੰ ਸੋਨੇ ਨਾਲ ਢੱਕ ਦਿੱਤਾ। ਉਸ ਸਿੱਖ ਨੂੰ ਰਾਜ ਮਿਲਿਆ, ਉਸ ਨੇ ਗੁਰਦੁਆਰਿਆਂ ਨੂੰ ਜਗੀਰਾਂ ਲਾ ਦਿੱਤੀਆਂ। ਉਹ ਪਿਆਰਿਆ, ਤੂੰ ਤਾਂ ਨੇਕ ਦਿਲ ਦੇ ਨਾਲ ਦਸਵੰਧ ਹੀ ਨਹੀਂ ਕੱਟਣਾ ਸ਼ੁਰੂ ਕੀਤਾ ਅੱਜ ਤੱਕ। ਮੈਂ ਹੈਰਾਨ ਹੁੰਦਾ ਜੀ, ਸਿੱਖਾਂ ਦੇ ਘਰਾਂ 'ਚ ਚਾਹੀਦਾ ਦਸਵੰਧ ਦਿੰਦੇ ਹੋ ਜੀ ਕਦੇ ਕਦਾਈ। ਜਿਹੜੇ ਕਦੇ ਕਦਾਈ ਦਸਵੰਧ ਕੱਢਦੇ ਆ ਨਾ, ਫਿਰ ਉਹਨਾਂ ਦੇ ਘਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੋ ਬਾਬੇ ਕੇ ਦਾਮ ਨਾ ਦਹਿ। ਜਿਹੜੇ ਇਮਾਨਦਾਰੀ ਨਾਲ ਗੁਰੂ ਨੂੰ ਨਹੀਂ ਨਾ ਦਸਵੰਧ ਆਪਣਾ ਕੱਢਦੇ, ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਘਰਾਂ ਦੇ ਵਿੱਚੋਂ ਇਹ ਬਰਕਤਾਂ ਖਤਮ ਹੋ ਜਾਂਦੀਆਂ, ਕਿਸੇ ਨਾ ਕਿਸੇ ਤਰ੍ਹਾਂ ਨਿਕਲ ਜਾਂਦੀਆਂ ਨੇ ਚੀਜ਼ਾਂ। ਖੈਰ, ਮੈਂ ਬੇਨਤੀ ਕਰਾਂ ਆਪਣੇ, ਫਿਰ ਮੈਂ ਪ੍ਰਕਰਨ ਤੇ ਆਵਾਂ ਸੱਚੇ ਦੀ ਆਸ। ਕੱਚਿਆਂ ਦੀ ਆਸ ਰੱਖਾਂਗੇ ਤੇ ਪਿਆਰਿਓ ਅਸੀਂ ਆਪ ਅੰਦਰੋਂ ਕੱਚੇ ਹੋਵਾਂਗੇ। ਜਦੋਂ ਸੱਚੇ ਦੀ ਆਸ ਰੱਖਾਂਗੇ ਨਾ, ਸਿਰ ਤੇ ਆਰਾ ਵੀ ਚੱਲ ਸਕਦਾ ਹੈ, ਪਰ ਸੱਚੇ ਦੀ ਆਸ ਸਿੱਖ ਨੂੰ ਅਡੋਲ ਰੱਖਦੀ ਹੈ। ਕੱਚਿਆਂ ਦੀ ਆਸ ਬਾਰੇ ਮੈਂ ਕੇਵਲ ਇੱਕ ਪ੍ਰਮਾਣ ਗੁਰਬਾਣੀ ਚੋਂ ਦੇ ਕੇ ਤੇ ਸੱਚੀ ਆਸ ਬਾਰੇ ਗੱਲ ਕਰਨੀ ਹੈ। ਜਦੋਂ ਕਿਉਂਕਿ ਲੋੜ ਹੈ ਅੱਜ ਸੱਚੇ ਅਕਾਲ ਪੁਰਖ ਦੀ ਟੇਕ ਤੋਂ ਬਿਨਾਂ ਕਿਸੇ ਹੋਰ ਦੀ ਟੇਕ ਵੱਲ ਨਾ ਜਾਈਏ। ਮੈਂ ਬੇਨਤੀ ਕਰਾਂ, ਸ਼ੇਖ ਫਰੀਦ ਸਾਹਿਬ ਜੀ, ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਹਨਾਂ ਦੇ ਜੀਵਨ ਚੋਂ ਕੱਟਣਾ ਜੀ। ਸ਼ੇਖ ਫਰੀਦ ਜੀ ਬਜ਼ੁਰਗ ਹੋ ਗਏ। ਜਦੋਂ ਬਜ਼ੁਰਗ ਹੋ ਗਏ ਤੇ ਮੁਰੀਦਾਂ ਨੇ ਇੱਕ ਉਹਨਾਂ ਵਾਸਤੇ ਸੋਟਾ ਲਿਆ ਤੇ ਉਹ ਸੋਟੇ ਦੇ ਸਹਾਰੇ ਖੜ ਕੇ ਨਮਾਜ਼ ਕਰ ਲਿਆ ਕਰਨਗੇ। ਉਹਨਾਂ ਨੇ ਫੜ ਲਿਆ ਸੋਟਾ ਤੇ ਹੱਥਾਂ 'ਚ ਜਦੋਂ ਡੰਡਾ ਪਕੜਿਆ ਨਾ, ਤੇ ਫਰੀਦ ਸਾਹਿਬ ਜੀ ਨਮਾਜ਼ ਕਰਨ ਲੱਗ ਪਏ। ਕਿਉਂਕਿ ਜਿਨ੍ਹਾਂ ਨੂੰ ਪਤਾ ਹੈ ਨਮਾਜ਼ ਬਾਰੇ, ਕਈ ਵਾਰੀ ਝੁਕਣਾ ਪੈਂਦਾ ਨਮਾਜ਼ ਵਿੱਚ, ਫਿਰ ਖੜੇ ਹੋਣਾ ਪੈਂਦਾ, ਫਿਰ ਝੁਕਣਾ ਪੈਂਦਾ। ਮੁਦਰਾ ਹੁੰਦੀ ਹੈ ਨਮਾਜ਼ ਦੀ। ਮੁਦਰਾ ਮਤਲਬ ਕਿ ਬੋਡੀ ਪੋਸਚਰ। ਤੇ ਜਦੋਂ ਮੁਦਰਾ ਦੇ ਵਿੱਚ ਉਹ ਝੁਕਣ ਲੱਗੇ ਨਾ, ਸ਼ੇਖ ਫਰੀਦ ਨੇ ਉਸ ਸੋਟੇ ਨੂੰ ਆਪਣੇ ਹੱਥ 'ਚ ਫੜਿਆ, ਇੱਕ ਵਾਰੀ ਗੌਰ ਨਾਲ ਉਸ ਸੋਟੇ ਵੱਲ ਤੱਕਿਆ, ਤੱਕ ਕੇ ਤੇ ਵਗਾ ਕੇ ਮਾਰਿਆ ਸੋਟਾ। ਮੁਰੀਦਾਂ ਨੇ ਆਣ ਕੇ ਜਦੋਂ ਸ਼ੇਖ ਫਰੀਦ ਜੀ ਢੇਰੀ ਹੋ ਕੇ ਡਿੱਗ ਪੈਣਾ, ਤੇ ਮੁਰੀਦ ਕਹਿੰਦੇ ਬਾਬਾ ਜੀ ਕਿਉਂ ਇਸ ਸੋਟੇ ਨੂੰ, ਅਸੀਂ ਤੁਹਾਡੀ ਸਿਹਤ ਨੂੰ ਮੁੱਖ ਰੱਖਦੇ ਹਾਂ, ਤੁਹਾਡੀ ਉਮਰ ਦੇ ਲਿਹਾਜ਼ ਦੇ ਨਾਲ ਤੁਹਾਨੂੰ ਇਹ ਪਕੜਾਇਆ ਸੀ, ਤੁਸੀਂ ਅਚਾਨਕ ਨਮਾਜ਼ ਵੇਲੇ ਇਸ ਨੂੰ ਵਗਾ ਕੇ ਮਾਰਿਆ। ਫਰੀਦ ਕਹਿੰਦੇ, ਸ਼ੇਖ ਫਰੀਦ ਜੀ ਕਹਿੰਦੇ ਸਾਰੀ ਉਮਰ ਮੈਨੂੰ ਰੱਬ ਦੀ ਆਸ, ਰੱਬ ਦੇ ਸਹਾਰੇ ਤੋਂ ਬਿਨਾਂ ਮੈਂ ਕਿਸੇ ਦਾ ਸਹਾਰਾ ਲਿਆ ਨਹੀਂ। ਮੈਂ ਨਹੀਂ ਚਾਹੁੰਦਾ ਕਿ ਮੇਰੇ ਤੋਂ ਬਾਅਦ ਇਤਿਹਾਸ ਵਿੱਚ ਲਿਖਿਆ ਜਾਵੇ ਕਿ ਫਰੀਦ ਜੀ ਨੇ ਕਿਸੇ ਹੋਰ ਦਾ ਸਹਾਰਾ ਤੱਕਿਆ ਰੱਬ ਤੋਂ ਬਿਨਾਂ। ਰਾਮ ਜਨਾ ਕੋ ਰਾਮ ਭਰੋਸਾ। ਜਿਹੜਾ ਰੱਬ ਦਾ ਪਿਆਰਾ ਹੁੰਦਾ ਨਾ, ਉਹਦੀ ਨਿਸ਼ਾਨੀ ਇਹ ਹੁੰਦੀ ਆ, ਉਹਨੂੰ ਕਿਸੇ ਬੰਦੇ ਤੇ ਭਰੋਸਾ ਨਹੀਂ, ਉਹਨੂੰ ਰਾਮ ਤੇ ਭਰੋਸਾ ਹੁੰਦਾ ਹੈ, ਭਾਵੇਂ ਕਿਸੇ ਵੀ ਮਜ਼ਹਬ ਦਾ ਹੋਵੇ। ਜਿਹੜਾ ਰੱਬ ਦਾ ਪਿਆਰਾ ਹੈ ਨਾ, ਉਹ ਰੱਬ ਦੇ ਭਰੋਸੇ ਤੇ ਜੀਵਦਾ ਆ। ਗੁਰੂ ਕੇ ਪਿਆਰਿਓ, ਰੱਬ ਦੇ ਪਿਆਰੇ ਨੂੰ ਇਤਨਾ ਭਰੋਸਾ ਹੁੰਦਾ ਹੈ, ਤਲਵਾਰ ਗਲ ਉੱਤੇ ਲਟਕਦੀ ਹੈ ਭਗਤ ਪ੍ਰਹਿਲਾਦ ਦੀ, ਪਰ ਫਿਰ ਵੀ ਰਾਮ ਨਾਮ ਛੱਡਦੇ ਨਹੀਂ। ਸ਼ੇਖ ਫਰੀਦ ਜੀ ਨੂੰ ਜ਼ੰਜੀਰਾਂ ਨਾਲ ਬੰਨ੍ਹਦੇ ਆ, ਫਿਰ ਵੀ ਰਾਮ ਨਾਮ ਛੱਡਦੇ ਨਹੀਂ। ਭਗਤ ਨਾਮਦੇਵ ਜੀ ਨੂੰ ਕਹਿੰਦੇ ਆ ਤੈਨੂੰ ਮਾਰ ਦੇਣਾ, ਤੈਨੂੰ ਕੁਚਲ ਦੇਣਾ ਆ,
ਭਗਤ ਨਾਮਦੇਵ ਜੀ ਆਪਣੀ ਸਕੀ ਮਾਂ, ਆਪਣੀ ਮਾਤਾ ਨੂੰ ਕਹਿੰਦੇ ਆ, ਕਹਿੰਦੇ ਨਾ ਹੋ ਤੇਰਾ ਪੁੰਗਰਾ ਨਾ ਤੂੰ ਮੇਰੀ ਮਾਂ। ਮਾਂ ਹੀ ਕਹਿੰਦੀ ਸੀ ਨਾ, ਛੋੜ ਰਾਮ ਕੀ ਨਾ ਭਜੈ ਖੁਦਾਏ। ਨਾਮਦੇਵ ਜੀ ਕਹਿੰਦੇ ਇਹ ਨਹੀਂ ਹੋ ਸਕਦਾ। ਸੱਚੇ ਦੀ ਆਸ ਤੇ ਜੀਣ ਵਾਲੇ ਪਿਆਰਿਓ, ਜਿਹੜੇ ਕੱਚੇ ਦੀ ਆਸ ਨੂੰ ਤੱਕਦੇ ਆ, ਸ਼ੇਖ ਫਰੀਦ ਸਾਹਿਬ ਜੀ ਕਹਿੰਦੇ ਇੱਕ ਮੇਰੀ ਗੱਲ ਸੁਣ ਲਿਓ, ਪੋਹ ਦੀਆਂ ਰਾਤਾਂ ਪੰਜਾਬ 'ਚ ਬੜੀਆਂ ਲੰਬੀਆਂ ਹੁੰਦੀਆਂ ਜੀ। ਤੇ ਜਦੋਂ ਜਾ ਕੇ ਰਹਿੰਦੇ ਸੀ, ਮੈਂ ਪੰਜਾਬ ਰਹਿਣ ਦਾ ਮੈਨੂੰ ਮੌਕਾ ਮਿਲਿਆ ਦਲਾਂ ਦੇ ਵਿੱਚ, ਤੇ ਇਤਨੀ ਠੰਡ ਹੁੰਦੀ, ਤੁਸੀਂ ਤਾਂ ਜਾਣਦੇ ਹੋ ਸਾਰੇ ਜਿਹੜੇ ਬੈਠੇ ਹੋ, ਭਾਵੇਂ ਕੈਨੇਡਾ ਦੇ ਵਿੱਚ ਠੰਡ ਉਸ ਤੋਂ ਵੱਧ ਹੁੰਦੀ ਆ, ਪਰ ਮਹਿਸੂਸ ਉਹ ਵਾਲੀ ਠੰਡ ਜ਼ਿਆਦਾ ਹੁੰਦੀ, ਹੱਡਾਂ ਨੂੰ ਉਹ ਚੀਰਦੀ ਆ ਠੰਡ। ਇਹ ਠੰਡ ਕੀ ਆ ਜੀ, ਆਪਣੇ ਘਰ 'ਚ ਹੀਟਰ ਲੱਗਿਆ, ਗੱਡੀ 'ਚ ਹੀਟਰ ਲੱਗਿਆ, ਦੂਜੇ ਪਾਸੇ ਗਏ ਉੱਥੇ ਹੀਟਰ ਲੱਗਿਆ, ਇਹ ਠੰਡ ਥੋੜ੍ਹਾ ਹੈ। ਉਹ ਠੰਡ ਹੁੰਦੀ ਆ ਜਦੋਂ ਹੱਡ ਕੰਬਦੇ ਹੁੰਦੇ ਆ ਸਵੇਰੇ ਸਵੇਰੇ। ਮੈਂ ਬੇਨਤੀ ਕਰਾਂ, ਕੱਚੇ ਦੀ ਆਸ ਨੂੰ ਰੱਖਿਆ ਆ ਅੱਜ ਅਸੀਂ ਪੰਥ ਦੇ ਵਿੱਚ, ਤਾਂ ਅੰਦਰੋਂ ਕੱਚੇ ਹੋ ਗਏ ਆ। ਸੱਚੇ ਦੀ ਆਸ ਨੂੰ ਰੱਖਦੇ ਤੇ ਬਾਬੇ ਜਰਨੈਲ ਸਿੰਘ ਵਰਗੇ ਕਦੇ ਡੋਲੇ ਨਹੀਂ। ਪਿਆਰਿਓ, ਸ਼ੇਖ ਫਰੀਦ ਜੀ ਕਹਿੰਦੇ ਪੋਹ ਦੀ ਜਿਹੜੀ ਰਾਤ ਆ ਬੜੀ ਲੰਬੇਰੀ ਹੋ ਜਾਂਦੀ ਹੈ, ਕਦੇ ਮੁੱਕਦੀ ਨਹੀਂ। ਤੇ ਦੂਜੀ ਗੱਲ, ਬੰਦਾ ਇੱਕ ਪਾਸਾ ਪਲਟਦਾ ਆ ਤੇ ਦੂਜਾ ਪਾਸਾ ਦੁਖਣ ਲੱਗ ਪੈਂਦਾ ਆ, ਫਿਰ ਪਾਸਾ ਪਲਟਦਾ ਆ, ਫਿਰ ਹੱਡਾਂ ਨੂੰ ਚੀਰਦੀ ਠੰਡ ਆਉਂਦੀ ਆ। ਸਾਰੀ ਰਾਤ ਜਿਹੜੀ ਪਾਸੇ ਪਲਟਦਿਆਂ ਜਿਹੜੀ ਬੀਤ ਜਾਂਦੀ ਆ, ਮੈਂ ਬੇਨਤੀ ਕਰਾਂ ਗੁਰੂ ਕੇ ਸਿੱਖੋ, ਹਨੇਰ ਦੀ ਰਾਤ ਉਹਨਾਂ ਦਾ ਜੀਵਨ ਬਣ ਜਾਂਦਾ ਆ ਜਿਹੜੇ ਰੱਬ ਨੂੰ ਛੱਡ ਕੇ ਕਿਸੇ ਹੋਰ ਦੇ ਵਿੱਚ ਭਰੋਸਾ ਰੱਖਦੇ। ਉਹਨਾਂ ਦੀ ਰਾਤ ਵੀ ਇੱਕ ਹਨੇਰੀ ਰਾਤ ਬਣ ਜਾਂਦੀ ਹੈ ਪੋਹ ਦੀ। ਤੇ ਪਿਆਰਿਓ, ਇੱਕ ਬੰਦੇ ਵਿੱਚ ਭਰੋਸਾ ਰੱਖਿਆ, ਉਸ ਨੇ ਦਗਾ ਕੀਤਾ, ਦੂਸਰੇ ਬੰਦੇ ਦਾ ਭਰੋਸਾ ਰੱਖਿਆ, ਉਸ ਨੇ ਦਗਾ ਕੀਤਾ। ਸਾਰੀ ਰਾਤ ਜਿਵੇਂ ਪੋਹ ਦੀ ਰਾਤ ਵਿੱਚ ਬੰਦਾ ਪਾਸੇ ਪਲਟਦਾ 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 ਦੁਖੀ ਹੋ ਜਾਂਦਾ ਆ। ਗੁਰੂ ਕੇ ਪਿਆਰਿਓ, ਜਿਹੜਾ ਕੱਚਿਆਂ ਦੀ ਆਸ ਰੱਖਦਾ ਉਹ ਵੀ ਪਾਸੇ ਪਲਟ 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 ਕੇ ਇੱਕ ਦਿਨ ਜਿਹੜਾ ਆ ਆਖਰਕਾਰ ਚੜ੍ਹਾਈ ਕਰ ਜਾਂਦਾ। ਫਰੀਦ ਜੀ ਕਹਿੰਦੇ ਨੇ ਜੀ, ਫਰੀਦਾ ਰਾਤੀ ਵੱਡੀਆਂ, ਮੈਂ ਅਰਥ ਕੀਤੇ ਆ ਇਸ ਕਰਕੇ ਮੈਂ ਕੇਵਲ ਸ਼ਬਦ ਆਖਾਂਗਾ। ਫਰੀਦਾ ਰਾਤੀ ਵੱਡੀਆਂ, ਧੁਕ ਧੁਕ ਉੱਠਣ ਪਾਸ, ਤਿਗ ਤਿਨਾ ਦਾ ਜੀਵਿਆ, ਜਿਨਾ ਵਿਡਾਣੀ ਆਸ। ਫਰੀਦ ਜੀ ਕਹਿੰਦੇ ਮੇਰੀ ਗੱਲ ਸੁਣ ਲੈ, ਜੇ ਤੂੰ ਇਸ ਰਾਤ ਨੂੰ ਮੁਕਾਉਣਾ ਚਾਹੁੰਦਾ ਹੈ ਨਾ, ਪੰਥਕ ਤੌਰ ਦੇ ਉੱਤੇ, ਪਰਸਨਲ ਤੌਰ ਦੇ ਉੱਤੇ, ਜੇ ਇਹ ਦੁੱਖਾਂ ਦੀ ਰਾਤ ਨੂੰ ਅਸੀਂ ਮੁਕਾਉਣਾ ਚਾਹੁੰਦੇ ਹਾਂ ਨਾ, ਤੇ ਸੱਚੀ ਗੱਲ ਕੱਚਿਆਂ ਦੀ ਆਸ ਨੂੰ ਛੱਡ ਦਈਏ। ਸੱਚੇ ਦੀ ਆਸ, ਸੱਚਿਆਰਾਂ ਦੀ ਆਸ ਤੇ ਜੀਵੀਏ। ਗੁਰੂ ਕੇ ਪਿਆਰਿਓ, ਮੇਰਾ ਸਮਾਂ ਦੱਸਿਆ ਨਹੀਂ ਗਿਆ ਜੀ, ਸਮਾਂ ਰਹਿ ਗਿਆ 12 ਵਜੇ ਤੱਕ। ਮੇਰੇ ਕੋਲ ਜੀ 8 ਮਿੰਟ ਬਾਕੀ ਨੇ, ਤੇ ਮੈਂ ਇਹਨਾਂ 8 ਮਿੰਟਾਂ ਵਿੱਚ ਸਮੇਂ ਸਿਰ ਸਮਾਪਤੀ ਕਰਾਂਗਾ। ਤੁਸੀਂ ਇਸੇ ਤਰ੍ਹਾਂ ਇਕਾਗਰਤਾ ਬਖਸ਼ਦੇ ਰਹਿਣਾ। ਮੈਂ ਥੋੜ੍ਹਾ ਜਿਹਾ ਸੱਚੀ ਆਸ ਦੇ ਮੁਤਲਕ ਵੀ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਸੱਚੀ ਆਸ ਦੇ ਵਿੱਚ ਕਿਹੋ ਜਿਹੀ ਬਖਸ਼ਿਸ਼ ਹੈ। ਪਿਆਰਿਓ, ਕੱਚੀ ਆਸ ਬੰਦਾ ਰੱਖਦਾ ਆ, ਤੇ ਫਰੀਦ ਜੀ ਕਹਿੰਦੇ ਤੇਰੀ ਜ਼ਿੰਦਗੀ ਇੱਕ ਹਨੇਰ ਦੀ ਰਾਤ ਬਣ ਗਈ। ਅੱਜ ਵੀ ਸਾਡਾ ਪੰਥਕ ਤੌਰ ਦੇ ਉੱਤੇ ਇਹੀ ਬਣਿਆ ਨਾ ਕਿ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ। ਵਾਹਿਗੁਰੂ ਸੱਚੇ ਪਾਤਸ਼ਾਹ, ਇਹੋ ਜਿਹਾ ਸਮਾਂ ਹੋ ਭਾਲ ਵਿਗੁੰਨੀ ਹੋਈ ਆਂਧੇਰੇ, ਰਾਹ ਨਾ ਕੋਈ, ਰਸਤਾ ਨਹੀਂ ਲੱਭਦਾ। ਪਰ ਫਰੀਦ ਜੀ ਕਹਿੰਦੇ ਰਸਤਾ ਕਿਉਂ ਨਹੀਂ ਲੱਭਦਾ? ਕਿਉਂਕਿ ਕੱਚਿਆਂ ਦੇ ਉੱਤੇ ਆਸ ਰੱਖੀ ਬੈਠੇ। ਖੈਰ ਪਿਆਰਿਓ, ਗੁਰਬਾਣੀ ਵੀ ਸਾਨੂੰ ਹਦਾਇਤ ਦਿੰਦੀ ਆ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਹੋਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ। ਤੇ ਮੈਂ ਇੱਕ ਆਪ ਜੀ ਨੂੰ ਬੇਨਤੀ ਕਰਨੀ ਆ, ਕਈ ਵਾਰੀ ਜਦੋਂ ਕਿਸੇ ਬੰਦੇ ਦੀ ਜ਼ਿੰਦਗੀ ਵਿੱਚੋਂ ਨਾ ਕੋਈ ਬੰਦਾ ਉਸ ਨਾਲ ਦਗਾ ਕਰੇ, ਤੇ ਇੱਕ ਸ਼ਬਦ ਵਰਤਦੇ ਆ ਜੀ, ਵਿਸਾਘਾਤ ਸ਼ਬਦ ਵਰਤਦੇ ਆ ਨਾ ਜੀ ਦਗੇ ਵਾਸਤੇ। ਪੰਜਾਬੀ ਦਾ ਇੱਕ ਇਹ ਪੰਜਾਬੀ ਬੋਲੀ ਜਿਹੜੀ ਆ ਬੜੀ ਕਮਾਲ ਹੈ। ਮੈਂ ਇਹਨਾਂ ਬੱਚਿਆਂ ਨੂੰ ਕਹਿੰਦਾ ਹੁੰਦਾ ਆ ਕਿ ਬੱਚਿਓ, ਤੁਹਾਨੂੰ ਸਾਰਾ ਕੁਝ ਮਿਲ ਸਕਦਾ ਇਸ ਦੇਸ਼ ਵਿੱਚ, ਪਰ ਪੰਜਾਬੀ ਮਾਂ ਬੋਲੀ ਦੀ ਗੋਦ ਨਹੀਂ ਮਿਲ ਸਕਦੀ। ਉਹਦੀ ਗੋਦੀ ਵਿੱਚ ਭਾਈ ਵੀਰ ਸਿੰਘ ਬੈਠੇ ਆ, ਉਹਦੀ ਗੋਦੀ ਦੇ ਵਿੱਚ ਏਡੇ ਏਡੇ ਵਿਦਵਾਨ ਬੈਠੇ ਆ। ਉਹ ਜਦੋਂ ਭਾਈ ਵੀਰ ਸਿੰਘ ਨੂੰ ਪੜ੍ਹੇ, ਉਹ ਸੀਨੇ ਖਿੱਚ ਜਾਣਾ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ, ਟੋਰ ਅਨੰਤ ਉਹਨਾਂ ਦੀ, ਵਸਲੋ ਉਰੇ ਮੁਕਾਮ ਨਾ ਕੋਈ, ਸੋ ਚਾਲ ਪੈ ਹੀ ਨਿਤ ਰਹਿੰਦੇ। ਇਹ ਇੰਗਲਿਸ਼ ਵਿੱਚ ਮਿਲ ਜੂਗਾ ਜੀ? ਕਦੇ ਵੀ ਨਹੀਂ ਮਿਲ ਸਕਦਾ ਨਾ।
ਪੰਜਾਬੀ ਨੂੰ ਨਹੀਂ ਛੱਡ ਸਕਦੇ। ਖੈਰ ਪਿਆਰਿਓ, ਮੇਰਾ ਪ੍ਰਕਰਨ ਨਹੀਂ ਉਹ ਹੈ, ਉਹਦੇ ਬਾਰੇ ਬਹੁਤ ਵਿਚਾਰ ਹੋ ਸਕਦੀ ਆ। ਮੈਂ ਕੇਵਲ ਕੱਚਿਆਂ ਦੀ ਆਸ ਛੱਡਣ ਬਾਰੇ ਆਪ ਜੀ ਨਾਲ ਵਿਚਾਰ ਇੱਕ ਰੱਖਣੀ ਚਾਹੁੰਦਾ ਹਾਂ ਕਿ ਜਦੋਂ ਕੱਚੇ ਬੰਦੇ ਦੀ ਆਸ ਰੱਖਦੇ ਆ ਨਾ ਤੇ ਸਾਡੀ ਆਸ ਟੁੱਟਦੀ ਆ, ਕਈ ਵਾਰੀ ਬੰਦਾ ਮਾਯੂਸ ਹੋ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਨਮ ਸਾਖੀ ਭਾਈ ਬਾਲੇ ਕੀ ਵਿੱਚ ਇਹ ਆਉਂਦਾ ਜੀ। ਤੇ ਮੈਂ ਬੇਨਤੀ ਕਰਾਂ ਅੱਜ ਥੋੜਾ ਜਿਹਾ ਜ਼ਹਿਨ ਸ਼ਕਤੀ ਸਹਿਨ ਸ਼ਕਤੀ ਵਸਾ ਲਈਏ। ਕਈ ਵਾਰੀ ਜਿਸ ਦਾ ਨਾਮ ਸਾਡੇ ਅਨੁਕੂਲ ਨਾ ਹੋਵੇ ਜੀ, ਉਹਦਾ ਪ੍ਰਮਾਣ ਸੁਣ ਕੇ ਇੱਕਦਮ ਅੱਗ ਭਾਂਬੜ ਨਹੀਂ ਪਿਆਰਿਓ, ਵਿਚਾਰਾਂ ਦਾ ਟਕਰਾਅ ਹੋ ਸਕਦਾ ਹੈ। ਪਰ ਅਸੀਂ ਅੱਜ ਵਿਚਾਰਾਂ ਦੇ ਟਕਰਾਅ ਬਾਰੇ ਨਹੀਂ ਗੱਲ ਕਰਦੇ, ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਤੇ ਗੁਰੂ ਖਾਲਸਾ ਪੰਥ ਬਾਰੇ ਗੱਲ ਕਰ ਰਹੇ ਹਾਂ। ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਕੋਲ ਬੈਠੇ ਨੇ ਤੇ ਜੋ ਰਿਸ਼ਤਾ ਸੀ ਭਾਈ ਮਰਦਾਨਾ ਜੀ ਦਾ ਤੇ ਗੁਰੂ ਨਾਨਕ ਸਾਹਿਬ ਦਾ, ਸੱਚੀ ਗੱਲ ਬਿਬ ਵਿਚਾਰ ਕਛ ਨਾਹੇ ਵਾਲੀ ਗੱਲ ਸੀ ਉੱਥੇ ਜੀ। ਹਰ ਹਰ ਜੰਦੂਈ ਏਕ ਹੈ ਵਾਲੀ ਉਹ ਭਾਵਨਾ ਸੀ। ਖੈਰ ਮੈਂ ਅੱਜ ਉਹਦੇ ਬਾਰੇ ਨਹੀਂ ਬੇਨਤੀ ਕਰਨੀ। ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਮੈਂ ਇੱਥੇ ਹਾਂ ਤੇ ਖੁੱਲ੍ਹ ਕੇ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਦੇ ਰਿਸ਼ਤੇ ਬਾਰੇ ਮੈਂ ਗੱਲ ਕਰਾਂਗਾ ਕਿ ਕਿਹੋ ਜਿਹਾ ਰਿਸ਼ਤਾ ਸੀ। ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਤੋਂ ਕੁਝ ਸਾਲ ਛੋਟੇ ਸਨ ਸਰੀਰਕ ਉਮਰ ਕਰਕੇ। ਇਤਿਹਾਸਕਾਰ ਬੜਾ ਕੁਝ ਲਿਖਦੇ ਆ, ਜਿਵੇਂ ਗੁਰੂ ਨਾਨਕ ਸਾਹਿਬ ਖੇਡਦੇ ਹੁੰਦੇ ਸੀ ਭਾਈ ਮਰਦਾਨੇ ਦੇ ਘਰ 'ਚ, ਜੋ ਵੀ ਉਹ ਮੈਂ ਆਪ ਜੀ ਨੂੰ ਉਦੋਂ ਦੱਸਾਂਗਾ। ਪਰ ਪਿਆਰਿਓ, ਜਨਮ ਸਾਖੀ ਵਿੱਚੋਂ ਇੱਕ ਬਾਬੇ ਨਾਨਕ ਦਾ ਬਚਨ ਹੈ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਭਾਈ ਮਰਦਾਨਾ ਜੀ ਪੁੱਛਦੇ, ਕਹਿੰਦੇ ਪਾਤਸ਼ਾਹ ਕਿਹਦੇ ਭਰੋਸੇ ਤੇ ਬੰਦਾ ਜੀਵੇ? ਗੁਰੂ ਨਾਨਕ ਸਾਹਿਬ ਕਹਿੰਦੇ ਸੁਣ ਵੇ ਮਰਦਾਨਿਆਂ। ਤੇ ਵੇ ਜਿਹੜਾ ਆ ਉਹ ਕੇਵਲ ਆਪਣੇ ਘਰਦਿਆਂ ਵਾਸਤੇ ਵਰਤਿਆ ਜਾਂਦਾ, ਕਿਸੇ ਹੋਰ ਵਾਸਤੇ ਨਹੀਂ। ਕਹਿੰਦੇ ਸੁਣ ਵੇ ਮਰਦਾਨਿਆਂ, ਕਹਿੰਦੇ ਨਜ਼ਰ ਕਰਤਾਰ ਉੱਪਰ ਰੱਖੀ ਦੀ ਵੇ। ਆਪਣੀਆਂ ਅੱਖਾਂ ਨੂੰ ਤੂੰ ਕਰਤਾਰ ਵੱਲ ਰੱਖ, ਸੰਸਾਰ ਵੱਲ ਨਾ ਰੱਖ। ਸੁਣ ਵੇ ਮਰਦਾਨਿਆਂ, ਨਜ਼ਰ ਕਰਤਾਰ ਉੱਪਰ ਰੱਖੀ ਦੀ ਵੇ। ਕਹਿੰਦੇ ਬੰਦੇ ਦੀ ਆਸ ਵਿੱਚ ਔਗਣ ਵੱਡਾ ਹੁੰਦਾ ਹੈ। ਬੰਦਿਆਂ ਦੀ ਆਸ ਰੱਖੋਗੇ ਨਾ, ਜਦੋਂ ਆਸ ਟੁੱਟੇਗੀ ਅੰਦਰ ਕ੍ਰੋਧ ਦੀ ਅੱਗ ਬਲੇਗੀ, ਹੰਕਾਰ ਦੀ ਅੱਗ ਬਲੇਗੀ। ਗੁਰੂ ਕੇ ਪਿਆਰਿਓ, ਅੰਦਰ ਜਿਹੜਾ ਮਚ ਉੱਠੇਗਾ। ਤੇ ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਦੀ ਆਸ ਵਿੱਚੋਂ ਸੰਤੋਖ ਮਿਲਦਾ ਹੈ। ਰੱਬ ਦੀ ਆਸ ਵਿੱਚੋਂ ਇੰਨਾ ਸੰਤੋਖ ਮਿਲਦਾ ਆ ਕਿ ਉਬਲਦੀਆਂ ਦੇਗਾਂ ਵਿੱਚ ਵੀ ਸਿੱਖ ਉਬਾਲੇ ਮਾਰ ਦਿੰਦੇ ਨੇ। ਅਜੋਕੇ ਇਤਿਹਾਸ ਵਿੱਚੋਂ ਜਿਵੇਂ ਭਾਈ ਗੁਰਦੇਵ ਸਿੰਘ ਦੇਬੂ ਵਰਗਿਆਂ ਨੂੰ ਕਿੱਦਾਂ ਭੁਲਾਵਾਂਗੇ? ਭਾਈ ਗੁਰਦੇਵ ਸਿੰਘ ਜੀ ਅਸਮਾਨ ਵਰਗਿਆਂ ਨੂੰ, ਅਸਮਾਨ ਵਾਲੇ ਵਰਗਿਆਂ ਨੂੰ ਕਿਵੇਂ ਭੁਲਾਵਾਂਗੇ? ਭਾਈ ਅਨੋਖ ਸਿੰਘ ਜੀ ਵਰਗਿਆਂ ਨੂੰ ਕਿਵੇਂ ਭੁਲਾਵਾਂਗੇ? ਰੱਬ ਦੀ ਆਸ ਸੀ ਨਾ ਅੰਦਰ, ਤੇ ਇੰਨਾ ਸੰਤੋਖ ਬਖਸ਼ਿਆ। ਦੋਵਾਂ ਅੱਖਾਂ ਵੀ ਕੱਢ ਦਿੱਤੀਆਂ ਜ਼ਾਲਮਾਂ ਨੇ, ਪਰ ਭਾਈ ਅਨੋਖ ਸਿੰਘ ਜੀ ਅਡੋਲ ਰਹੇ। ਮੈਂ ਤਾਂ ਅਜੋਕੇ ਸਮੇਂ ਦੀ, ਕਿਉਂਕਿ ਅਸੀਂ ਕਹਿੰਦੇ ਜੀ ਉਹ ਸਿੰਘ ਹੁੰਦੇ ਸੀ, ਕਿਉਂਕਿ ਸਾਡੇ ਵਿੱਚ ਹੈ ਨਹੀਂ ਉਹ ਭਾਵਨਾ, ਅਸੀਂ ਤਾਂ ਕਹਿੰਦੇ ਹੁੰਦੇ ਸੀ। ਪਰ ਗੁਰੂ ਕੇ ਪਿਆਰਿਓ ਨਹੀਂ, ਗੁਰੂ ਵੀ ਪੂਰਾ, ਉਸ ਵੇਲੇ ਵੀ ਪੂਰੇ ਸਨ ਸਤਿਗੁਰੂ ਪਾਤਸ਼ਾਹ ਜੀ, ਹੁਣ ਵੀ ਪੂਰੇ ਨੇ, ਰਹਿੰਦੀ ਦੁਨੀਆ ਤੱਕ ਪੂਰੇ ਰਹਿਣਗੇ। ਉਦੋਂ ਵੀ ਪੂਰੇ ਸਿੱਖ ਸਨ, ਅੱਜ ਵੀ ਪੂਰੇ ਨੇ, ਰਹਿੰਦੀ ਦੁਨੀਆ ਤੱਕ ਗੁਰੂ ਪੂਰੇ ਦੇ ਪੂਰੇ ਸਿੱਖ ਵੀ ਹੁੰਦੇ ਰਹਿਣਗੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰੂ ਦਾ ਮੰਤਰ ਤੇਰੇ ਮੁਖ ਤੇ ਹੋਵੇ ਤੇ ਤੇਰੇ ਹਿਰਦੇ ਅੰਦਰ ਪਿਆਰੇ ਦੀ ਆਸ ਹੋਵੇ। ਖੈਰ ਪਿਆਰਿਓ, ਮੈਂ ਇੱਥੇ ਸੰਕੋਚਣਾ ਚਾਹੁੰਦਾ ਹਾਂ। ਸੱਚੇ ਦੀ ਆਸ ਵਿੱਚੋਂ ਮੈਂ ਕੇਵਲ ਇਹੀ ਆਪ ਜੀ ਨੂੰ ਬੇਨਤੀ ਕਰਨੀ ਆ, ਜਿਨ੍ਹਾਂ ਨੇ ਸੱਚੇ ਦੀ ਆਸ ਨੂੰ ਤੱਕਿਆ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵਿੱਚ ਇੱਕ ਸ਼ਬਦ ਆਉਂਦਾ, ਮੈਂ ਕੱਲ ਬੱਚਿਆਂ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ 5 ਬਖਸ਼ਿਸ਼ਾਂ ਮਿਲਦੀਆਂ ਰੱਬ ਦੀ ਆਸ ਵਿੱਚੋਂ, ਤੇ ਬਾਣੀ ਤੋਂ ਬਾਹਰ ਜਾ ਕੇ ਨਹੀਂ, ਬਾਣੀ ਦੇ ਵਿੱਚੋਂ 5 ਬਖਸ਼ਿਸ਼ਾਂ। ਅੱਜ ਸਮਾਂ ਨਹੀਂ, ਕਦੇ ਇਸ ਸਥਾਨ ਤੇ ਮਹੀਨਾ ਰਹਿੰਦਿਆਂ ਹੋਇਆਂ ਜੇ ਉਹ ਪ੍ਰਕਰਮ ਚੱਲੇਗਾ ਲੜੀਵਾਰ ਵਿੱਚ, ਮੈਂ ਸਾਂਝਾ ਕਰਾਂਗਾ ਆਪ ਜੀ ਦੇ ਨਾਲ। ਪਰ ਮੈਂ ਕੇਵਲ ਇੱਕ ਬੇਨਤੀ ਕਰਨੀ ਆ, ਜਿਨ੍ਹਾਂ ਨੇ ਪੂਰੇ ਗੁਰੂ ਦੀ ਆਸ ਰੱਖੀ, ਪੂਰੇ ਨੇ ਗੁਰੂ ਨੇ ਉਹਨਾਂ ਦੇ ਗਲ ਦੇ ਵਿੱਚੋਂ ਜਮਾ ਦੀ ਫਾਹੀ ਨੂੰ ਵੀ ਕੱਢ ਦਿੱਤਾ, ਮੌਤ ਦੇ ਡਰ ਨੂੰ ਵੀ ਕੱਢ ਦਿੱਤਾ, ਤੇ ਗੁਰੂ ਕੇ ਪਿਆਰਿਓ ਉਹਨਾਂ ਨੂੰ ਦੁੱਖ ਵੀ ਕੋਈ ਨਹੀਂ ਲੱਗ ਸਕਦਾ। ਸੁਖਮਨੀ ਸਾਹਿਬ ਦਾ ਰੋਜ਼ ਪਾਠ ਕਰਦੇ ਆ। ਸੁਖਮਨੀ ਅੰਦਰ ਗੁਰੂ ਅਰਜਨ ਦੇਵ ਜੀ ਕਹਿੰਦੇ, ਪਿਆਰਿਆ ਮੈਨੂੰ ਤਤੀ ਤਵੀ ਉੱਤੇ ਅਡੋਲ ਕਿਸ ਚੀਜ਼ ਨੇ ਰੱਖਿਆ ਸੀ? ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਸਾ। ਸਿੱਖੋ, ਤੁਸੀਂ ਪੁੱਛਦੇ ਹੋ ਕਿ ਤਤੀ ਤਵੀ ਤੇ ਬੈਠਿਆਂ ਦੁੱਖ ਨਹੀਂ ਲੱਗਦਾ? ਮੇਰੇ ਗਰੀਬ ਨਵਾਜ ਕਹਿੰਦੇ ਨੇ, ਪਾਰ ਬ੍ਰਹਮ ਕੀ ਜਿਸ ਮਨ ਭੂਖ,
ਨਾਨਕ ਤਿਸੈ ਨਾ ਲਾਗੈ ਦੁਖ। ਪਿਆਰਿਓ, ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਸੀ, ਸੱਚੇ ਦੀ ਆਸ ਨੂੰ ਤੱਕੀਏ, ਸੱਚਿਆਂ ਦੀ ਆਸ ਨੂੰ ਤੱਕੀਏ, ਗੁਰੂ ਪੂਰੇ ਦੇ ਸਾਹਮਣੇ ਅਰਦਾਸ ਕਰੀਏ ਨਾ। ਤੇ ਮੈਂ ਨਾਮਦੇਵ ਜੀ ਦੀ ਪੰਕਤੀ ਜਿਹੜੀ ਆ ਉਹ ਕਹੀ ਸੀ, ਪਰ ਅਰਥ ਨਹੀਂ ਮੁਕੰਮਲ ਕੀਤੇ। ਪਹਿਲੀ ਗੱਲ, ਨਾਮਦੇਵ ਜੀ ਕਹਿੰਦੇ ਤੂੰ ਅਰਦਾਸ ਕਰਨ ਵੇਲਿਆਂ ਇਹ ਗੱਲ ਕਹਿ, ਮਾਲਕਾ ਮੇਰੇ ਹੱਥ ਵਿੱਚ ਕੁਝ ਨਹੀਂ। ਦੂਜੀ ਗੱਲ ਇਹ ਕਹਿ, ਮਾਲਕਾ ਤੇਰੇ ਹੱਥ ਵਿੱਚ ਸਭ ਕੁਝ। ਅੱਜ ਇਕੱਠੇ ਹੋਏ ਨਾ, ਪੰਥ ਵਾਸਤੇ ਅਰਦਾਸ ਕਰਨੀ ਆ, ਤੇ ਇਸ ਭਾਵਨਾ ਨਾਲ ਅਰਦਾਸ ਕਰੀਏ, ਨਾਨਕ ਸਭ ਕੁਛ ਤੁਮਰੈ ਹਾਥ ਮੈਂ, ਤੁਮ ਹੀ ਹੋਤ ਸਹਾਏ। ਗੁਰੂ ਕੇ ਪਿਆਰਿਓ, ਆਪਣੇ ਬੱਚਿਆਂ ਨੂੰ ਪਲੀਜ਼ ਹੱਥ ਜੋੜ ਕੇ ਮੈਂ ਤੁਹਾਡੇ ਪੈਰਾਂ ਤੇ ਚਰਨਾਂ ਤੇ ਸਿਰ ਰੱਖਦਾ ਹਾਂ। ਮੈਂ 1 ਮਹੀਨਾ ਹਾਂ ਇੱਥੇ, ਮੈਂ ਅੰਗਰੇਜ਼ੀ ਵਿੱਚ ਵੀ ਇਹਨਾਂ ਵਾਸਤੇ ਬੋਲਦਾ ਹਾਂ, ਪਰ ਤੁਸੀਂ ਇੱਕ ਕੰਮ ਹੀ ਕਰਨਾ, ਇਹਨਾਂ ਨੂੰ ਗੁਰਦੁਆਰੇ ਲੈ ਆਓ। ਸਵੇਰ ਦੀ ਕਥਾ ਚਲੋ ਨਹੀਂ, ਕੰਮ ਤੇ ਹੁੰਦੇ ਆ ਜਾਂ ਕੋਈ ਸਕੂਲੇ ਹੁੰਦੇ ਆ, 8 ਤੋਂ 9, 11 ਤੋਂ 12, ਪਰ 6 ਤੋਂ 7 ਤਾਂ ਆ ਸਕਦੇ ਆ ਨਾ। ਪਲੀਜ਼, ਪੰਥ ਨੂੰ ਬਚਾਉਣਾ ਚਾਹੁੰਦੇ ਆਪਣੇ ਬੱਚਿਆਂ ਨੂੰ ਬਚਾਓ, ਪੰਥ ਬਚਿਆ ਰਹੇਗਾ। ਪਲੀਜ਼ ਇਹਨਾਂ ਨੂੰ ਸੰਗਤ ਵਿੱਚ ਲੈ ਕੇ ਆਇਆ ਕਰੋ। ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ੋ ਜੀ, ਸਾਰੀ ਸੰਗਤ ਬਖਸ਼ੋ ਅਸੀਸ। ਗੱਜ ਵੱਜ ਕੇ ਹੱਥ ਜੋੜ ਕੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ, ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਪੂਰਨ ਸਿੰਘ, ਤਿਨਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਸਾਰੇ ਫਤਿਹ ਗਜਾਈਏ ਜੀ। ਗੱਜ ਕੇ ਆਖਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।